ਬਨੂੜ ਤੋਂ ਰਾਜਪੁਰੇ ਜਾ ਰਿਹਾ ਸੀ ਨਿੱਜੀ ਕੰਮ ਵਾਸਤੇ। ਅਚਾਨਕ ਹੀ ਮੈਨੂੰ ਨਾਲ ਜਾਂਦੀ ਗੱਡੀ 'ਚ ਦਿਖਿਆ ਕਿ ਗਰੇਵਾਲ ਹੈ ਤੇ ਮੈਂ ਉੱਥੋਂ ਹੀ ਬਨੂੜ ਤੋਂ ਹੀ ਉਹਦਾ ਪਿੱਛਾ ਕਰਨਾ ਸਟਾਰਟ ਕੀਤਾ ਤੇ ਰਾਜਪੁਰੇ ਪਹੁੰਚਦੇ ਸਾਰ ਹੀ ਮੈਂ ਇੱਕ ਆਪਣੇ ਸਾਥੀ ਨੂੰ ਕਾਲ ਕੀਤੀ ਵੀ ਉਹ ਮੈਨੂੰ ਇੱਕ ਬੰਦਾ ਜ਼ਰੂਰੀ ਚਾਹੀਦਾ ਸੀ ਨਾਲ, ਤੇ ਉਹ ਮੇਰਾ ਵੀਰ ਨਾਲ ਪਹੁੰਚਿਆ ਤੇ ਉਹ ਉਸ ਤੋਂ ਬਾਅਦ ਮਗਰ ਅਸੀਂ ਪੁਲ ਚੜ੍ਹਦੇ ਸਾਰ ਹੀ ਅਸੀਂ ਆਹ ਦੇਖਿਆ ਕਿ ਇੱਧਰ ਉੱਧਰ ਨਿਕਲ ਸਕੇ ਤਾਂ ਪੁਲ ਦੇ ਉੱਤੇ ਆਪਾਂ ਵਿਰੋਧ ਕਰਨਾ ਸਟਾਰਟ ਕੀਤਾ ਤੇ ਉਹਨੇ ਸ਼ੀਸ਼ਾ ਤਾਰ ਕੇ, ਜੋ ਕਿ ਤੁਸੀਂ ਮੇਰੀ ਵੀਡੀਓ 'ਚ ਦੇਖ ਸਕਦੇ ਹੋ ਜਿਹੜੀ ਵਾਇਰਲ ਹੋ ਰਹੀ ਆ, ਉਹਦੇ 'ਚ ਉਹਨੇ ਸ਼ੀਸ਼ਾ ਤਾਰ ਕੇ ਗਾਲ ਕੱਢੀ ਆ, ਜੋ ਕਿ ਬਹੁਤ ਹੀ ਮੰਦਭਾਗੀ ਆ। ਗਾਲ ਕਿਉਂਕਿ ਪ੍ਰੋਪਰ ਸੁਣਾਈ ਨਹੀਂ ਦੇ ਰਹੀ, ਤੁਸੀਂ ਕਹਿ ਰਹੇ ਹੋ ਕਿ ਗਾਲ ਕੱਢੀ ਆ ਪਰ ਸੁਣਾਈ ਨਹੀਂ ਦੇ ਰਹੀ। ਮੈਂ ਤੁਹਾਨੂੰ ਓਪਨ ਚੈਲੰਜ ਕਰ ਰਿਹਾ, ਤੁਸੀਂ ਤਾਂ ਅਜੇ ਗੱਡੀ 'ਚ ਭਜਾਇਆ, ਮੈਂ ਇੰਨਾ ਯਾਦ ਰੱਖਿਓ ਕੱਲਾ ਆ, ਕੱਲਾ ਕੋਈ ਚੱਕਰ ਨਹੀਂ, ਦੱਲਿਆਂ 'ਚ ਨਹੀਂ ਆਉਂਦਾ, ਕੱਲਿਆਂ 'ਚ ਆਉਂਦਾ, ਪਰ ਲੇਕਿਨ ਪੈਦਲ ਭਜਾਊਂਗਾ ਅਗਲੇ ਵਾਰੀ, ਤੁਹਾਡੇ ਨਾਲ ਵਾਅਦਾ ਕਰ ਰਿਹਾ ਗਰੇਵਾਲ। ਸੋ ਮੈਂ ਇਹਨੂੰ ਕਿਰਪਾਲਤਾ ਕਰਦਾ ਆਪਣੀ ਥੋੜ੍ਹਾ ਮੂੰਹ ਤੇ ਤਾਲਾ ਲਾਵੇ। ਯਾਰ ਸਾਡੀ ਅੱਖਾਂ ਫੁੱਟ ਗਈਆਂ ਯਾਰ, ਸਾਨੂੰ ਨਹੀਂ ਦਿਖਦਾ, ਸਾਡਾ ਆਪਣਾ ਦਿਮਾਗ ਨਹੀਂ ਹੈ, ਤੂੰ ਦੱਸੇਂਗਾ ਵੀ ਕੀ ਚੀਜ਼ ਗਲਤ ਆ ਕੀ ਸਹੀ ਆ, ਅਸੀਂ ਤੇਰੇ ਕਹਿਣ ਤੇ ਚੱਲਾਂਗੇ। ਅੱਜ ਤੋਂ ਮਹੀਨਾ ਪਹਿਲਾਂ ਗਰੇਵਾਲ ਇੱਕ ਹੀ ਗੱਲ ਕਹਿੰਦਾ ਹੁੰਦਾ ਸੀ ਕਿ ਆ ਕਿਸਾਨ ਮਾਓਵਾਦੀ ਨੇ, ਨਸਲਵਾਦੀ ਨੇ, ਆਤੰਕਵਾਦੀ ਨੇ, ਫਲਾਣਾ ਫਲਾਣਾ ਫਲਾਣਾ। ਤੁਸੀਂ ਕੱਲ੍ਹ ਦੀ ਪਰਸੋਂ ਦੀ ਜਦੋਂ ਦੀ ਕੈਪਟਨ ਬੈਠਿਆ ਉੱਥੇ ਇੱਕ ਗੱਲ ਦੇਖੀ ਆ, ਸੂਰਤ ਠੰਡੇ ਹੋ ਗਏ। ਕਿਉਂ ਹੋ ਗਏ ਭਾਈ? ਉੱਥੇ ਅਮਰੀਕਾ ਵਿਰੋਧ ਹੁੰਦਾ ਆ, ਇੱਥੇ ਤੋਮਰ ਨੂੰ ਫੋਨ ਕਰਦਾ, ਭਾਈ ਤੋਮਰ ਸਾਹਿਬ ਤੁਸੀਂ ਆਪਣਾ ਕਿਸਾਨ ਜਥੇਬੰਦੀਆਂ ਨੂੰ ਉਹ ਵੀ ਗੱਲਬਾਤ ਕਰਨਗੇ, ਇੱਥੇ ਤਾਂ ਮੇਰਾ ਜਲੂਸ ਕੱਢਦੇ ਆ ਇਹਨਾਂ ਨੇ, ਠੀਕ ਹੈ ਨਾ। ਉਹ ਉੱਥੇ ਦੀ ਅਮਰੀਕਾ ਦੀ ਵਾਈਸ ਪ੍ਰੈਜ਼ੀਡੈਂਟ ਨੇ ਇੰਗਲਿਸ਼ 'ਚ ਇਹਨੂੰ ਕਿਹਾ ਗਿਆ ਨਹੀਂ ਬੋਲਿਆ, ਉਹ ਇੱਕ ਕਿਸਮ ਦੇ ਇਨਡਾਇਰੈਕਟਲੀ ਉਹਨੂੰ ਇੱਕ ਦੱਸਿਆ, ਭਾਈ ਤੂੰ ਤੇਰੇ ਇੰਡੀਆ 'ਚ ਆਹ ਕੰਮ ਹੋ ਰਿਹਾ, ਪਹਿਲਾਂ ਤੂੰ ਆਪਣਾ ਇੰਡੀਆ ਸੰਭਾਲ, ਫਿਰ ਅੱਗੇ ਸਾਡੇ ਦੇਸ਼ 'ਚ ਆਈ। ਸਾਡੀ ਕੱਲੀ ਨੌਲੇਜ ਆ ਤੇਰੇ ਬਾਰੇ, ਆਹ ਨਾ ਸੋਚੀ ਵੀ ਮੈਂ ਉੱਥੇ ਬੈਠਿਆ ਵੀ ਆ ਉੱਥੇ ਆ ਨਹੀਂ ਸਕਦੇ, ਵੀ ਤੇਰੀ ਬੀਜੇਪੀ ਸਰਕਾਰ ਹੈ ਤੇਰੇ ਪੰਚਕੂਲੇ ਹਰਿਆਣੇ 'ਚ, ਨਾ ਆਹ ਨਾ ਸੋਚੀ। ਸਾਡੇ ਕੋਲ ਕੱਲੀ ਡਿਟੇਲ ਆ, ਜਿਹੜੀ ਤੂੰ ਗਾਲ ਕੱਢੀ ਆ, ਠੀਕ ਹੈ ਨਾ। ਮੇਰਾ ਜੇ ਬੱਸ ਚੱਲੇ, ਪਰ ਮੈਂ ਇਹ ਨਵੀਂ ਦਿਖਾ ਰਿਹਾ, ਮੇਰਾ ਬੱਸ ਚੱਲੇ, ਤੇਰੇ ਜਿਹੜੇ ਬਨੂੜ ਹਰ ਰਾਜਪੁਰੇ ਦੇ ਆਗੂ ਆ ਨਾ, ਉਹਨਾਂ ਤੋਂ ਕਹਿ ਕੇ ਤੇਰੇ ਇੱਥੇ ਖੜ ਕੇ ਮਾਫੀ ਮੰਗਵਾਉਂਦਾ, ਇੰਨਾ ਦਮ ਰੱਖਦਾ। ਆ ਤੇਰੇ ਦਿਮਾਗ 'ਚੋਂ ਕੱਢ ਦੇ, ਤੇਰੀ ਫੀਲਡਿੰਗ ਚਾਰੇ ਪਾਸੇ ਲਾਈ ਹੋਈ ਆ, ਸਾਨੂੰ 1% ਪਤਾ ਚੱਲ ਗਿਆ ਵੀ ਤੂੰ ਆ ਰਿਹਾ। ਕੱਲਾ ਪੁੱਤ ਆਊਗਾ ਦੁਬਾਰੇ ਫਿਰ, ਜਾਂ ਕੋਈ ਆਵੇ ਨਾ ਆਵੇ, ਜਥੇਬੰਦੀ ਆਵੇ ਨਹੀਂ ਆਵੇ, ਕੁਛ ਆਵੇ, ਕੱਲਾ ਪੁੱਤ ਆਊਗਾ ਮਾਂ ਦਾ, ਹਰ ਤਰ੍ਹਾਂ ਵਿਰੋਧ ਕੱਲਾ ਹੀ ਡਟ ਕੇ ਕਰੂਗਾ। ਇੱਕ ਨਾ ਗਰੇਵਾਲ ਦੀ ਗੱਡੀ ਦਾ ਇੱਕ ਕਾਲਾ ਸ਼ੀਸ਼ਾ ਹੋਇਆ ਵਾ, ਕਿਉਂ ਭਾਈ? ਡਰ ਲੱਗਦਾ ਲੋਕਾਂ ਤੋਂ। ਜਾਂ ਦੱਸ ਗਿਆ ਹੀ ਜਾਂ ਨਾ ਦੱਸ ਗਿਆ ਹੀ, ਤੇ ਤੇਰਾ IT ਸੈੱਲ ਕੰਮ ਕਰਦਾ ਨਾ, ਹੁਣ ਸਾਡਾ IT ਸੈੱਲ ਵੀ ਆ, ਕੱਲੀ ਫੀਲਡਿੰਗ ਲਾਈ ਆ, ਜਿੱਥੇ ਦੀ ਲੰਘੇਗਾ ਉੱਥੇ ਚਲਾਂਗੇ ਤੇਰੇ ਨਾਲ, ਕੋਈ ਚੱਕਰ ਨਹੀਂ, ਕੱਲਾ ਹੀ ਡਟ ਕੇ ਵਿਰੋਧ ਕਰਾਂ, ਕਿਸੇ ਦਾ ਡਰ ਨਹੀਂ ਮਰਿਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ, ਮੈਂ ਮਨਵਿੰਦਰ ਸਿੰਘ ਟਿਵਾਣਾ। ਗੱਲ ਕਰਾਂਗੇ ਕਿਸਾਨੀ ਅੰਦੋਲਨ ਦੀ। ਕਿਸਾਨੀ ਅੰਦੋਲਨ ਨੂੰ ਚੱਲਦਿਆਂ ਦਿੱਲੀ ਦੀਆਂ ਸਰਹੱਦਾਂ ਤੇ ਤਕਰੀਬਨ 10 ਮਹੀਨੇ ਹੋ ਗਏ ਨੇ। ਸੰਯੁਕਤ ਕਿਸਾਨ ਮੋਰਚੇ ਦੀ ਇੱਕ ਕਾਲ ਆ ਕਿ ਜਿੱਥੇ ਵੀ ਬੀਜੇਪੀ ਦੇ ਆਗੂ ਜਾਂ ਬੀਜੇਪੀ ਦੇ ਜਿਹੜੇ ਮੋਢੀ ਨੇ ਉਹ ਕੋਈ ਵੀ ਪ੍ਰੋਗਰਾਮ ਕਰਦੇ ਨੇ, ਕਿਤੇ ਵੀ ਮਿਲਦੇ ਨੇ, ਉਹਨਾਂ ਦਾ ਵਿਰੋਧ ਕੀਤਾ ਜਾਵੇ। ਅਜਿਹਾ ਹੀ ਇੱਕ ਮਾਮਲਾ ਕੱਲ੍ਹ ਸਾਹਮਣੇ ਆਇਆ ਰਾਜਪੁਰਾ ਤੋਂ, ਜਿੱਥੇ ਇੱਕ ਵੀਰ ਵੱਲੋਂ ਹਰਜੀਤ ਗਰੇਵਾਲ ਦਾ ਵਿਰੋਧ ਕੀਤਾ ਗਿਆ, ਜੋ ਕਿ ਬੀਜੇਪੀ ਦੇ ਆਗੂ ਨੇ। ਉਹਨਾਂ ਦੀ ਗੱਡੀ ਦੇ ਮਗਰ ਮੋਟਰਸਾਈਕਲ ਲਗਾ ਕੇ ਵਿਰੋਧ ਕੀਤਾ ਗਿਆ ਅਤੇ ਗੋ ਬੈਕ ਦੇ ਨਾਅਰੇ ਲਗਾਏ ਗਏ, ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਸਾਡੇ ਨਾਲ ਵੀਰ ਨੇ, ਗੱਲ ਕਰਾਂਗੇ ਉਹਨਾਂ ਨਾਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਆ ਵੀਰ ਜੀ ਆਪਣਾ? ਮੇਰਾ ਨਾਮ ਸਤਿੰਦਰਪਾਲ ਸਿੰਘ ਹੈ, ਮੈਂ ਬਨੂੜ ਬਾਂਡਾ ਬਸੀ ਤੋਂ ਰਿਹਾ ਜੀ। ਕੱਲ੍ਹ ਦੀ ਜਿਹੜੀ ਘਟਨਾ ਸੀਗੀ, ਤੁਸੀਂ ਵਿਰੋਧ ਕਰ ਰਹੇ ਹੋ ਗਰੇਵਾਲ ਦਾ, ਤੇ ਉਹ ਦੱਸੇਂਗੇ ਉਹ ਮਾਮਲਾ ਕੀ ਸੀਗਾ, ਕਿੱਥੇ ਤੁਹਾਨੂੰ ਟੱਕਰਿਆ, ਕਿੱਦਾਂ ਤੁਸੀਂ ਉਹਨਾਂ ਦੇ ਮਗਰ ਆਏ, ਕਿੱਥੋਂ ਲੱਗੇ ਸੀਗੇ? ਜੀ, ਮੈਂ ਜਿੱਦਾਂ ਕੱਲ੍ਹ ਦਾ ਹਰੇ ਚੈਨਲ ਨੂੰ ਕਹਿ ਰਿਹਾ ਕਿ ਮੈਂ ਆਪਣੇ ਨਿੱਜੀ ਕੰਮ ਵਾਸਤੇ ਜਾ ਰਿਹਾ ਸੀ ਜੀ, ਬਨੂੜ ਤੋਂ ਰਾਜਪੁਰੇ ਜਾ ਰਿਹਾ ਸੀ ਨਿੱਜੀ ਕੰਮ ਵਾਸਤੇ। ਅਚਾਨਕ ਹੀ ਮੈਨੂੰ ਨਾਲ ਜਾਂਦੀ ਗੱਡੀ 'ਚ ਦਿਖਿਆ ਕਿ ਗਰੇਵਾਲ ਹੈ, ਤੇ ਮੈਂ ਉੱਥੋਂ ਹੀ ਬਨੂੜ ਤੋਂ ਹੀ ਉਹਦਾ ਪਿੱਛਾ ਕਰਨਾ ਸਟਾਰਟ ਕੀਤਾ ਤੇ ਰਾਜਪੁਰੇ ਪਹੁੰਚਦੇ ਸਾਰ ਹੀ ਮੈਂ ਇੱਕ ਆਪਣੇ ਸਾਥੀ ਨੂੰ ਕਾਲ ਕੀਤੀ ਵੀ ਉਹ ਮੈਨੂੰ ਇੱਕ ਬੰਦਾ ਜ਼ਰੂਰੀ ਚਾਹੀਦਾ ਸੀ ਨਾਲ, ਤੇ ਉਹ ਮੇਰਾ ਵੀਰ ਨਾਲ ਪਹੁੰਚਿਆ ਤੇ ਉਹ ਉਸ ਤੋਂ ਬਾਅਦ ਮਗਰ ਅਸੀਂ ਉਹ ਪੁਲ ਚੜ੍ਹਦੇ ਸਾਰ ਹੀ ਅਸੀਂ ਆਹ ਦੇਖਿਆ ਕਿ ਇੱਧਰ ਉੱਧਰ ਨਿਕਲ ਸਕੇ ਤਾਂ ਪੁਲ ਦੇ ਉੱਤੇ ਆਪਾਂ ਵਿਰੋਧ ਕਰਨਾ ਸਟਾਰਟ ਕੀਤਾ, ਜਿੱਥੇ ਉਹ ਗੋ ਬੈਕ ਦੇ ਨਾਅਰੇ ਲਾਏ, ਕਿਸਾਨ ਏਕਤਾ ਜਿੰਦਾਬਾਦ ਦੇ ਨਾਅਰੇ ਲਾਏ, ਤੇ ਉਹਨੂੰ ਬੀਜੇਪੀ ਨੂੰ ਖੇਤੀ ਕਾਨੂੰਨ ਰੱਦ ਕਰਨ ਵਾਸਤੇ ਵੀ ਕਿਹਾ। ਉਸ ਤੋਂ ਬਾਅਦ ਮਗਰ ਉਹ ਜੇ ਪੁਲ ਨੀਚੇ ਉਤਰਦਾ ਆ ਤੇ ਉਹਨੂੰ ਦਿਖਦਾ ਹੈ ਕਿ ਮੈਂ ਕਿਧਰੇ ਹੁਣ ਜਾ ਨਹੀਂ ਸਕਦਾ। ਉਹਦੀ ਮੀਟਿੰਗ ਸੀ ਐਕਚੁਅਲੀ ਰਾਜਪੁਰੇ 'ਚ, ਸਾਨੂੰ ਬਾਅਦ 'ਚ ਪਤਾ ਚੱਲਿਆ ਕਿ ਮੀਟਿੰਗ 'ਚ ਪਹਿਲਾਂ ਹੀ 3-4 ਮਹੀਨੇ ਬਾਅਦ ਆ ਰਿਹਾ ਸੀ, ਤੇ ਉਹ ਉਸ ਟਾਈਮ ਪਹੁੰਚਿਆ ਤਾਂ ਮੁੜਨ ਲੱਗਿਆ ਸੀ ਉਹ ਮਹਿੰਦਰਾਗੰਜ ਵੱਲ,
ਤੇ ਉਹਨੇ ਦੇਖਿਆ ਕਿ ਹੁਣ ਮੈਨੂੰ ਪ੍ਰੈਸ਼ਰਾਈਜ਼ ਹੋ ਗਿਆ ਵੀ ਮੈਂ 4 ਮਹੀਨੇ ਬਾਅਦ ਪਹਿਲਾਂ 4 ਮਹੀਨੇ ਬਾਅਦ ਆ ਰਿਹਾ ਤੇ ਦੂਸਰੀ ਗੱਲ ਸੋਚਣ ਵਾਲੀ ਆਹ ਹੈ ਵੀ ਮੈਨੂੰ 4 ਮਹੀਨੇ ਬਾਅਦ ਹੀ ਫਿਰ ਰਾਜਪੁਰੇ ਨਹੀਂ ਵੜਨ ਦਿੱਤਾ ਜਾ ਰਿਹਾ ਤੇ ਉਹਨੇ ਸ਼ੀਸ਼ਾ ਤਾਰ ਕੇ, ਜੋ ਕਿ ਤੁਸੀਂ ਮੇਰੀ ਵੀਡੀਓ 'ਚ ਦੇਖ ਸਕਦੇ ਹੋ ਜਿਹੜੀ ਵਾਇਰਲ ਹੋ ਰਹੀ ਆ, ਉਹਦੇ 'ਚ ਉਹਨੇ ਸ਼ੀਸ਼ਾ ਤਾਰ ਕੇ ਗਾਲ ਕੱਢੀ ਆ, ਜੋ ਕਿ ਬਹੁਤ ਹੀ ਮੰਦਭਾਗੀ ਆ। ਭਾਜੀ ਗਾਲ ਦੀ ਗੱਲ ਕੀਤੀ ਆ, ਵੀਡੀਓ ਦੇਖੀ ਆ, ਪ੍ਰੋਪਰ ਸੁਣਾਈ ਨਹੀਂ ਦੇ ਰਿਹਾ, ਕੀ ਲੱਗ ਰਿਹਾ ਇਹ ਰਿਕਾਰਡ ਨਹੀਂ ਹੋਈ ਉੱਦਾਂ ਦੀ ਆਵਾਜ਼ ਜਾਂ ਕੋਈ ਹੋਰ ਦਿੱਕਤ ਆਈ ਆ, ਕੀ ਲੱਗ ਰਿਹਾ ਇਹ ਗਾਲ? ਕਿਉਂਕਿ ਪ੍ਰੋਪਰ ਸੁਣਾਈ ਨਹੀਂ ਦੇ ਰਹੀ, ਤੁਸੀਂ ਕਹਿ ਰਹੇ ਹੋ ਕਿ ਗਾਲ ਕੱਢੀ ਆ ਪਰ ਸੁਣਾਈ ਨਹੀਂ ਦੇ ਰਹੀ। ਸੁਣਾਈ ਨਹੀਂ ਦੇ ਰਹੀ ਵੀਰ ਜੀ। ਜਦੋਂ ਆਪਾਂ ਮੇਰੇ ਕੋਲ ਤਾਂ ਜਿੱਦਾਂ ਫੋਨ ਸੀ, ਮੈਂ ਇੱਕ ਤਾਂ ਪ੍ਰੋਟੈਸਟ ਵੀ ਕਰ ਰਿਹਾ ਸੀ, ਵੀਡੀਓ ਵੀ ਬਣਾ ਰਿਹਾ ਸੀ ਤੇ ਜਿੱਥੇ ਜਿੰਨਾ ਇਕੱਲੇ ਬੰਦੇ ਕੋਲ ਕੰਮ ਹੋ ਪਾਇਆ ਉਹ ਕਿੰਨਾ ਕਰਿਆ, ਪਰ ਲੇਕਿਨ ਜਿੱਥੇ ਤੱਕ ਦੀ ਗੱਲ ਤੁਸੀਂ ਕਹਿ ਰਹੇ ਕਿ ਗਾਲ ਨਹੀਂ ਸੁਣਾਈ ਦਿੱਤੀ, ਖਬਰੇ ਮਤਲਬ ਆ ਲੱਗਦਾ ਸ਼ੰਕਾ ਹੁੰਦੀ ਹੈ ਵੀ ਉਹਨੇ ਗਾਲ ਨਹੀਂ ਕੱਢੀ। ਇਹਦੇ ਮਗਰ ਆਪਾਂ ਕਲੀਅਰੈਂਸ ਕਰ ਸਕਦੇ ਹਾਂ ਕੋਈ ਬਈ ਅੱਜ ਕੱਲ੍ਹ ਆਪਣੇ ਕੋਲ ਯੰਤਰ ਬਹੁਤ ਵੱਡੇ ਵੱਡੇ ਆ ਗਏ ਨੇ, ਤੁਸੀਂ ਕਿਸੇ ਵੀ ਮੀਡੀਆ ਰਾਹੀਂ ਜਾਂ ਕਿਸੇ ਵੀ ਆਪਣਾ ਏਜੰਸੀ ਰਾਹੀਂ ਤੁਸੀਂ ਉਹਨੂੰ ਕਲੈਰੀਫਾਈ ਕਰ ਸਕਦੇ ਆ, ਪਿੱਛੇ ਦੀ ਆਵਾਜ਼ਾਂ ਰੋਕ ਕੇ ਉਹਦੀ ਆਵਾਜ਼ ਸੁਣ ਸਕਦੇ ਆ, ਉਹਦੀ ਜੇ ਵਰਡਿੰਗ ਦੇਖਦੇ ਆ ਤੁਸੀਂ ਉਹਦਾ ਮਤਲਬ ਕੀ ਸੀ ਯਾਰ ਸ਼ੀਸ਼ਾ ਤਾਰ ਕੇ ਬੋਲਣ ਦਾ, ਤੇ ਉਹ ਤੁਸੀਂ ਧਿਆਨ ਨਾਲ ਸੁਣੋਗੇ ਤਾਂ ਗਾਲ ਉਹਦੇ 'ਚ ਸਾਨੂੰ ਤਾਂ ਸੁਣਾਈ ਦੇ ਰਹੀ ਆ। ਧਿਆਨ ਨਾਲ, ਬਹੁਤ ਧਿਆਨ ਨਾਲ ਸੁਣਦੇ ਹੋ। ਜੇ ਉੱਥੇ ਇੱਕ ਐਡੇ ਪ੍ਰੋਟੈਸਟ ਕਰਦੇ ਵਕਤ ਮੇਰਾ ਦਿਮਾਗ ਕਿਉਂ ਕੰਮ ਕਰੂਗਾ ਵੀ ਮੈਂ ਗਾਲ ਦਾ ਸ਼ਬਦ ਕਿਉਂ ਬੋਲੂੰਗਾ? ਪ੍ਰੋਟੈਸਟ ਕਰਦੇ ਹੋਏ ਮੈਂ ਪਿੱਛੋਂ ਕਹਿ ਦਿੰਦਾ ਬਾਈ ਤੂੰ ਗਾਲ ਕੱਢੀ ਹੈ, ਗਾਲ ਕੱਢੀ ਹੈ। ਜੇ ਉਹਨੇ ਐਕਚੁਅਲ 'ਚ ਕੱਢੀ ਹੈ ਤਾਂ ਹੀ ਮੈਂ ਕਿਹਾ, ਠੀਕ ਹੈ ਨਾ। ਹੁਣ ਮਰੀਆਂ ਜਮੀਰਾ ਬੰਦਾ ਆ, ਹੁਣ ਦੇਖੋ ਉਹ ਸਾਨੂੰ ਮਾਓਵਾਦੀ ਆ, ਨਸਲਵਾਦੀ ਕਹਿੰਦਾ ਆ, ਠੀਕ ਹੈ ਨਾ। ਉਹ ਐਕਚੁਅਲ ਖੁਦ ਆ ਕਿਉਂ ਆ? ਹੁਣ ਪਤਾ ਚੱਲ ਗਿਆ ਕਿ ਇੱਕ ਜਿਹੜਾ ਕਿਸਾਨਾਂ ਦੇ ਪ੍ਰਤੀ ਮੈਨੂੰ ਬੜੀ ਹਮਦਰਦੀ ਆ, ਜਿਹੜੇ ਅਸਲੀ ਕਿਸਾਨ ਆ ਖੇਤਾਂ ਦੇ ਵਿੱਚ ਆ, ਬਾਈ ਮੈਨੂੰ ਦੱਸੇ ਗਰੇਵਾਲ ਮੈਂ ਕਿਹੜੀ ਜਥੇਬੰਦੀ ਨਾਲ ਜੁੜਿਆ ਹੋਇਆ, ਮੈਂ ਕਿਹੜੇ ਢਾਂਚੇ ਨਾਲ ਜੁੜਿਆ ਹੋਇਆ, ਮੈਂ ਕਿਹੜੀ ਪੋਲੀਟੀਕਲ ਪਾਰਟੀ ਨਾਲ ਜੁੜਿਆ ਹੋਇਆ, ਮੈਨੂੰ ਦੱਸੇ, ਨਿੱਜੀ ਤੌਰ ਤੇ ਦੱਸੇ। ਪਰ ਲੇਕਿਨ ਆਹ ਗੱਲ ਹੈ ਮੇਰੇ ਵੀਰੋ, ਅੱਜ ਮੈਂ ਨੋਰਮਲ ਇਨਸਾਨ ਹੋਣ ਦੇ ਨਾਤੇ ਕਿਸਾਨ ਆ, ਮੈਂ ਕਿਉਂ ਪ੍ਰੋਟੈਸਟ ਕੀਤਾ? ਜੇ ਐਕਚੁਅਲ 'ਚ ਤੇਰਾ ਕਸੂਰ ਹੈ ਸੀ ਤਾਂ ਹੀ ਕਰੇ। ਇਹਨਾਂ ਦਾ ਬੀਜੇਪੀ ਵਾਲਿਆਂ ਦਾ ਇੱਕ ਕਹਿਣਾ ਹੁੰਦਾ ਨੋਰਮਲ ਕੀ ਵੀ ਆਹ ਜਿਹੜੇ ਕਿਸਾਨ ਆ ਆਪਣੇ ਖੇਤਾਂ ਦੇ ਵਿੱਚ ਜਿਹੜੇ ਉੱਥੇ ਬੈਠੇ ਨੇ ਉਹ ਸਿਰਫ ਮਾਓਵਾਦੀ ਨਸਲਵਾਦੀ ਬੈਠੇ ਨੇ ਧਰਨੇ ਤੇ। ਤਾਂ ਮੈਂ ਗਰੇਵਾਲ ਸਾਹਿਬ ਨੂੰ ਆਹੀ ਗੱਲ ਕਹਿਣਾ, ਤੁਸੀਂ ਆਪਣੀ ਭੱਦੀ ਸ਼ਬਦਾਵਲੀ ਨੂੰ ਥੋੜ੍ਹੀ ਧਿਆਨ ਨਾਲ ਰੱਖਿਆ ਕਰੋ ਵੀ ਐਦਾਂ ਨਾ ਹੋਵੇ ਕਿ ਅੱਜ ਤਾਂ ਮੈਂ ਇਕੱਲੇ ਨਹੀਂ ਆਪਾਂ ਰਾਜਪੁਰੇ ਵੜਨ ਨਹੀਂ ਦਿੱਤਾ। ਆਉਣ ਵਾਲੇ ਟਾਈਮ ਜੇ ਤੁਸੀਂ ਦੁਬਾਰੇ ਆਹ ਸ਼ਬਦ ਵੀ ਐਦਾਂ ਹੀ ਭੱਦੀ ਸ਼ਬਦਾਵਲੀ ਯੂਜ਼ ਕੀਤੀ, ਮੈਂ ਤੁਹਾਨੂੰ ਓਪਨ ਚੈਲੰਜ ਕਰ ਰਿਹਾ। ਤੁਸੀਂ ਤਾਂ ਅਜੇ ਗੱਡੀ 'ਚ ਭਜਾਇਆ, ਮੈਂ ਇੰਨਾ ਯਾਦ ਰੱਖਿਓ, ਕੱਲਾ ਆ, ਕੱਲਾ, ਕੋਈ ਚੱਕਰ ਨਹੀਂ, ਦੱਲਿਆਂ 'ਚ ਨਹੀਂ ਆਉਂਦਾ, ਕੱਲਿਆਂ 'ਚ ਆਉਂਦਾ, ਪਰ ਲੇਕਿਨ ਪੈਦਲ ਭਜਾਊਂਗਾ ਅਗਲੇ ਵਾਰੀ, ਤੁਹਾਡੇ ਨਾਲ ਵਾਅਦਾ ਕਰ ਰਿਹਾ ਗਰੇਵਾਲ। ਤੇ ਆਹ ਯਾਦ ਰੱਖਿਓ ਵੀ ਇੱਕ ਨੌਜਵਾਨ ਸੀ, ਕੀ ਹੋ ਗਿਆ? ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਮੈਂ ਹਰੇਕ ਚੈਨਲ ਤੇ ਇੱਕ ਗੱਲ ਕਹਿ ਰਿਹਾ, ਗਰੇਵਾਲ ਦੀ ਬਹੁਤ ਵੱਡੀ ਹਾਰ ਹੈ ਆਹ। ਜੇ ਆਹ 32 ਕਿਸਾਨ ਜਥੇਬੰਦੀਆਂ ਨਾਲ ਪੰਗੇ ਲੈਂਦਾ ਫਿਰ, 32 ਕਿਸਾਨ ਜਥੇਬੰਦੀਆਂ ਦੇ ਮਗਰ ਲੱਖਾਂ ਲੋਕ ਲੱਗੇ ਹੋਏ ਨੇ, ਤੁਸੀਂ ਕਿ ਸਮਝ ਸਕਦੇ ਹੋ, ਲੱਖਾਂ ਲੋਕ ਲੱਗੇ ਹੋਏ ਨੇ। ਤੇ ਆਹ ਇੱਕ ਨੌਜਵਾਨ ਦੇ ਭੱਜ ਗਿਆ, ਠੀਕ ਹੈ ਨਾ। ਗੱਲਾਂ ਕਰਦਾ ਮੈਂ ਪਿੰਡਾਂ 'ਚ ਜਾਊਂਗਾ, ਇੱਦਾਂ ਕਰੂੰਗਾ, ਉੱਦਾਂ ਕਰੂੰਗਾ। ਸੋ ਮੈਂ ਇਹਨੂੰ ਕਿਰਪਾਲਤਾ ਕਰਦਾ, ਆਪਣੀ ਥੋੜ੍ਹਾ ਮੂੰਹ ਤੇ ਤਾਲਾ ਲਾਵੇ ਤੇ ਬੀਜੇਪੀ ਦਾ ਅਕਸਰ ਜਿੰਨਾ ਵਿਗੜਿਆ ਹੋਇਆ ਪਹਿਲਾਂ ਉਹ ਤੋਂ ਬਹੁਤ ਵਿਗੜਿਆ, ਉਹਨੂੰ ਹੋਰ ਨਾ ਵਿਗਾੜੇ ਜੀ। ਪਰ ਉਹਦੇ ਅਕਸਰ ਬਿਆਨ ਆਉਂਦੇ ਨੇ ਕਿ ਇਹ ਜਿਹੜੇ ਲੋਕ ਨੇ ਇਹ ਦੇਸ਼ ਨੂੰ ਨੁਕਸਾਨ ਪਹੁੰਚਾ ਰਹੇ ਨੇ, ਆਰਥਿਕਤਾ ਨੂੰ ਕਮਜ਼ੋਰ ਕਰ ਰਹੇ ਨੇ, ਮੈਂ ਅਜਿਹੇ ਲੋਕਾਂ ਤੋਂ ਨਹੀਂ ਡਰਦਾ, ਇੱਦਾਂ ਦੇ ਬਿਆਨ ਆਉਂਦੇ ਨੇ। ਹੁਣ ਵੀ ਉਹਦਾ ਬਿਆਨ ਆ ਬਈ ਇਹ ਕੋਈ ਗੱਲ ਨਹੀਂ, ਇੱਦਾਂ ਦੇ ਵਿਰੋਧ ਨੇ ਜਿਹੜੇ ਇਹ ਲੋਕ ਨੇ ਜਿਹੜੇ ਦੇਸ਼ ਵਿਰੋਧੀ ਤਾਕਤਾਂ ਵੱਲੋਂ ਬਿਠਾਏ ਗਏ ਨੇ, ਵਿਰੋਧ ਕਰਦੇ ਨੇ, ਅਸੀਂ ਇਹਨਾਂ ਨੂੰ ਇਹਨਾਂ ਦਾ ਡਟ ਕੇ ਜਿਹੜਾ ਮੁਕਾਬਲਾ ਇਹਨਾਂ ਨਾਲ ਕਰਾਂਗੇ, ਇੱਦਾਂ ਦੇ ਬਿਆਨ ਦਿੱਤੇ ਜਾਂਦੇ ਨੇ। ਕੀ ਕਹੇਂਗੇ ਤੁਸੀਂ? ਬਾਈ ਜੀ ਦੇਖੋ, ਤੁਸੀਂ ਵੀ ਸਿਆਣੇ ਹੋ, ਤੁਸੀਂ ਵੀ ਇੱਕ ਮੀਡੀਏਟਰ ਤੋਂ ਹੋਣ ਤੋਂ ਪਹਿਲਾਂ ਇੱਕ ਨਿੱਜੀ ਪਰਿਵਾਰ ਨੂੰ ਬਿਲੋਂਗ ਕਰਦੇ ਹੋ। ਚਲੋ ਆਪਾਂ ਖੇਤੀ ਕਾਨੂੰਨ ਇੱਕ ਪਾਸੇ ਰੱਖ ਕੇ ਚੱਲੀਏ। ਅੱਜ ਦੀ ਤਰੀਕ 'ਚ ਤੁਸੀਂ ਪੈਟਰੋਲ ਦੇਖੋ ਕੀ ਰੇਟ ਹੋ ਗਿਆ, ਠੀਕ ਹੈ, ਡੀਜ਼ਲ ਕੀ ਰੇਟ ਹੋ ਗਿਆ, ਆਮ ਤੇਲ ਘਰੇ ਵਰਤਣ ਵਾਲਾ ਤੇਲ ਕੀ ਰੇਟ ਹੋ ਗਿਆ, ਹਰ ਇੱਕ ਚੀਜ਼ ਕੀ ਰੇਟ ਹੋ ਗਈ। ਪਲੇਟਫਾਰਮ ਦੀ ਟਿਕਟ ਅੱਜ 60 ਰੁਪਏ ਨੂੰ ਹੋ ਗਈ ਆ, ਜਿੱਥੇ 5 ਰੁਪਏ ਹੁੰਦੀ ਸੀ। ਯਾਰ ਸਾਡੀ ਅੱਖਾਂ ਫੁੱਟ ਗਈਆਂ ਯਾਰ, ਸਾਨੂੰ ਨਹੀਂ ਦਿਖਦਾ, ਸਾਡਾ ਆਪਣਾ ਦਿਮਾਗ ਨਹੀਂ ਹੈ। ਤੂੰ ਦੱਸੇਗਾ ਵੀ ਕੀ ਚੀਜ਼ ਗਲਤ ਆ ਕੀ ਸਹੀ ਆ, ਅਸੀਂ ਤੇਰੇ ਕਹਿਣ ਤੇ ਚੱਲਾਂਗੇ। ਸੋਚਣ ਵਾਲੀ ਗੱਲ ਆ, ਅਸੀਂ ਆਹ ਨਾ ਸੋਚਿਓ ਕਦੇ ਵੀ ਅਸੀਂ ਕਿਸਾਨ ਜਥੇਬੰਦੀਆਂ ਕਹਿੰਦੀ ਇੱਧਰ ਨੂੰ ਚਲੋ ਉੱਧਰ ਨੂੰ, ਸਾਡਾ ਆਪਣਾ ਦਿਮਾਗ ਨਹੀਂ ਹੈ ਯਾਰ। ਵੀ ਅਸੀਂ ਤੇਲ ਪਾਉਂਦੇ ਹਾਂ ਗੱਡੀ, ਜਦੋਂ ਪੈਂਦਾ ਵੀ 92-93 ਲੀਟਰ ਡੀਜ਼ਲ ਪੈਂਦਾ, 102 ਰੁਪਏ ਲੀਟਰ ਪੈਟਰੋਲ ਪੈਂਦਾ ਆ, ਸਾਨੂੰ ਆਪਣੀਆਂ ਦਿਖਦਾ ਨਹੀਂ ਹੈ ਵੀ ਕੇਂਦਰ ਸਰਕਾਰ ਕੀ ਕਰ ਰਹੀ ਹੈ ਕੀ ਨਹੀਂ ਕਰ ਰਹੀ ਹੈ। ਸੋ ਇਹ ਗਰੇਵਾਲ ਆ ਤਾਂ ਇੱਕ ਇਹਨਾਂ ਨੇ ਸ਼ਬਦਾਵਲੀ ਬੋਲਣੀ ਹੁੰਦੀ ਆ ਆਪਣੀ ਸਰਕਾਰ ਨੂੰ ਬਚਾਉਣ ਵਾਸਤੇ ਵੀ ਉਹ ਇੱਦਾਂ ਹੈ ਉਹ ਇੱਦਾਂ ਹੈ। ਹੁਣ ਉਹੀ ਗੱਲ ਆ ਗਈ, ਦੇਖੋ ਹੁਣ ਜਿਹੜੀ ਆਪਾਂ ਗਲਿਆਰੀ ਹੁੰਦੀ ਹੈ ਨਾ, ਉਹਦਾ ਰੰਗ ਬਦਲ ਦਿੰਦੀ ਆ। ਉਹ ਕੰਮ ਹੁਣ ਆਪਣਾ ਗਰੇਵਾਲ ਨੇ ਕਰਤਾ। ਅੱਜ ਤੋਂ ਮਹੀਨਾ ਪਹਿਲਾਂ ਗਰੇਵਾਲ ਇੱਕ ਹੀ ਗੱਲ ਕਹਿੰਦਾ ਹੁੰਦਾ ਸੀ ਕਿ ਆ ਕਿਸਾਨ ਮਾਓਵਾਦੀ ਨੇ, ਨਸਲਵਾਦੀ ਨੇ, ਆਤੰਕਵਾਦੀ ਨੇ, ਫਲਾਣਾ ਫਲਾਣਾ ਫਲਾਣਾ। ਤੁਸੀਂ ਕੱਲ੍ਹ ਦੀ ਪਰਸੋਂ ਦੀ ਜਦੋਂ ਦੀ ਕੈਪਟਨ ਬੈਠਿਆ ਉੱਥੇ ਇੱਕ ਗੱਲ ਦੇਖੀ ਆ, ਠੰਡੇ ਹੋ ਗਏ ਜੀ। ਕਿਉਂ ਹੋ ਗਏ ਭਾਈ? ਹੁਣ ਪਤਾ ਹੱਲ ਨਿਕਲਣ ਹੋ ਗਿਆ ਵੀ ਜਿੱਥੇ ਅਮਰੀਕਾ 'ਚ ਵਿਰੋਧ ਹੋ ਰਿਹਾ ਨਾ, ਕੁਛ ਵੀ ਹੋ ਰਿਹਾ, ਉਹ ਹੱਲ ਚਾਹੁੰਦਾ ਹੁਣ। ਉੱਥੇ ਅਮਰੀਕਾ ਵਿਰੋਧ ਹੁੰਦਾ ਆ, ਇੱਥੇ ਤੋਮਰ ਨੂੰ ਫੋਨ ਕਰਦਾ, ਭਾਈ ਤੋਮਰ ਸਾਹਿਬ ਤੁਸੀਂ ਆਪਣਾ ਕਿਸਾਨ ਜਥੇਬੰਦੀਆਂ ਨੂੰ ਕਹੋ ਵੀ ਗੱਲਬਾਤ ਕਰਨਗੇ, ਇੱਥੇ ਤਾਂ ਮੇਰਾ ਜਲੂਸ ਕੱਢਦੇ ਇਹਨਾਂ ਨੇ,
ਠੀਕ ਹੈ ਨਾ, ਉਹ ਉੱਥੇ ਦੀ ਅਮਰੀਕਾ ਦੀ ਵਾਈਸ ਪ੍ਰੈਜ਼ੀਡੈਂਟ ਨੇ ਇੰਗਲਿਸ਼ 'ਚ ਇਹਨੂੰ ਕਿਹਾ ਨਹੀਂ ਬੋਲਿਆ, ਉਹ ਇੱਕ ਕਿਸਮ ਦੇ ਇਨਡਾਇਰੈਕਟਲੀ ਉਹਨੂੰ ਇੱਕ ਦੱਸਿਆ, ਭਾਈ ਤੂੰ ਤੇਰੇ ਇੰਡੀਆ 'ਚ ਆਹ ਕੰਮ ਹੋ ਰਿਹਾ, ਪਹਿਲਾਂ ਤੂੰ ਆਪਣਾ ਇੰਡੀਆ ਸੰਭਾਲ, ਫਿਰ ਅੱਗੇ ਸਾਡੇ ਦੇਸ਼ 'ਚ ਆਈ। ਆਹ ਚੀਜ਼ਾਂ ਬਹੁਤ ਚੀਜ਼ਾਂ ਸੋਚਣ ਵਾਲੀ ਗੱਲਾਂ ਨੇ ਬਾਈ। ਤੁਸੀਂ ਕਹਿ ਰਹੇ ਹੋ ਕਿ ਤੋਮਰ ਨੂੰ ਕਾਲ ਕੀਤੀ ਗਈ ਆ, ਕਿਸਾਨਾਂ ਨਾਲ ਸੰਪਰਕ ਕਰਨ ਦੀਆਂ ਜਿਹੜੀਆਂ ਗੱਲਾਂ ਨੇ ਉਹ ਕੀਤੀਆਂ ਜਾਂਦੀਆਂ ਨੇ। ਜੇ ਦੂਜੀ ਸਾਈਡ ਤੇ ਦੇਖਿਆ ਜਾਵੇ 1 ਅਕਤੂਬਰ ਤੋਂ ਝੋਨੇ ਦੀ ਜਿਹੜੀ ਖਰੀਦ ਆ ਸਰਕਾਰੀ ਉਹ ਸਟਾਰਟ ਹੋ ਜਾਂਦੀ ਆ। ਪੰਜਾਬ ਸਰਕਾਰ ਨੇ ਐਲਾਨ ਕੀਤਾ ਸੀਗਾ ਵੀ 1 ਅਕਤੂਬਰ ਤੋਂ ਖਰੀਦ ਆ ਜਿਹੜੀ ਉਹ ਸਟਾਰਟ ਕਰਾਂਗੇ, ਪਰ ਜੇ ਦੇਖਿਆ ਜਾਵੇ ਸੈਂਟਰ ਸਰਕਾਰ ਨੇ 10 ਦਿਨ ਲੇਟ ਕਰ ਦਿੱਤੀ ਆ, ਤੇ ਜਿਹੜਾ ਝੋਨੇ ਦਾ ਮੌਚਰ ਸੀਗਾ ਨਵੀਂ ਸੀਗੀ ਉਹ 17 ਸੀਗੀ ਉਹ ਵੀ 13 ਕਰ ਦਿੱਤੀ ਆ। ਹੋਰ ਬਹੁਤ ਇਦਾਂ ਦੀਆਂ ਕਮੀਆਂ ਨੇ ਜਿਹੜੀਆਂ ਕਿਸਾਨਾਂ ਨੂੰ ਪਹੁੰਚਾਈਆਂ ਗਈਆਂ ਨੇ। ਉਸ ਬਾਰੇ ਕੀ ਦੇਖ ਰਹੇ ਹੋ? ਇੱਕ ਸਾਈਡ ਤੇ ਤਾਂ ਕਹਿ ਰਹੇ ਆ ਵੀ ਉਹ ਗੱਲ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਹੇ ਨੇ, ਤੇ ਦੂਜੀ ਸਾਈਡ ਤੇ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਲਾਗੂ ਕਰਿਆ ਜਾ ਰਿਹਾ ਕਿਸੇ ਹੋਰ ਤਰੀਕੇ ਨਾਲ ਘੁਮਾ ਕੇ, ਕਿਉਂਕਿ ਹੁਣ ਖਰੀਦ ਆ ਜਿਹੜੀ ਉਹ ਪ੍ਰਾਈਵੇਟ ਜਿਹੜਾ ਵਿਭਾਗ ਆ, ਪ੍ਰਾਈਵੇਟ ਖਰੀਦ ਕੇਂਦਰ ਨੇ ਉਹ ਖਰੀਦਣਗੇ, ਉਹਨਾਂ ਨੇ ਆਪਣਾ ਮਨਮਰਜ਼ੀ ਦਾ ਰੇਟ ਲਾਉਣਾ। ਉਹਨੂੰ ਕੀ ਕਹੇਂਗੇ? ਦੇਖੋ ਜੀ, ਆਹ ਸਾਰਾ ਜਿਹੜਾ ਆਪਾਂ ਨਿਚੋੜ ਕੱਢੇ, ਇੱਕ ਆਪਾਂ 2 ਸ਼ਬਦਾਂ 'ਚ ਗੱਲ ਕਰਦੇ ਆ, ਆਹ ਖੇਤੀ ਕਾਨੂੰਨਾਂ ਦਾ ਹੀ ਰਾਹ ਆ। ਜੇ ਆਪਾਂ ਕੰਨ ਐਦਾਂ ਨਹੀਂ ਫੜਨਾ ਤਾਂ ਐਦਾਂ ਫੜ ਦੇਣਾ, ਗੱਲ ਆਹ ਆ। ਠੀਕ ਹੈ, ਤੁਸੀਂ ਸਿਆਣੇ ਹੋ। ਦੇਖੋ ਭਾਈ ਜੀ, ਹੁਣ ਕੇਂਦਰ ਸਰਕਾਰ, ਹੁਣ ਪੰਜਾਬ ਸਰਕਾਰ, ਸਭ ਤੋਂ ਪਹਿਲਾਂ ਤਾਂ ਇੱਕ ਮੈਂ ਸੋਚਦਾ, ਨਿੱਜੀ ਤੌਰ ਤੇ ਸੋਚਦਾ ਵੀ ਜਦੋਂ ਆਪਣੀ ਵੋਟਾਂ ਹੁੰਦੀਆਂ ਨਾ, ਆਹ ਸਾਰੀਆਂ ਇੱਕ ਹੋਣੀ ਚਾਹੀਦੀਆਂ। ਜਦੋਂ ਸੈਂਟਰ 'ਚ ਵੀ ਤੇ ਸੂਬਾ ਸਰਕਾਰ ਸਾਰੀਆਂ, ਹੁਣ ਇੱਧਰ ਵਾਲੇ ਸਟੇਟ ਵਾਲੇ ਆਪਣਾ ਕੇਂਦਰ ਨੂੰ ਕਹੀ ਜਾਂਦੇ ਨੇ, ਕੇਂਦਰ ਵਾਲੇ ਸਟੇਟ ਨੂੰ ਕਹੀ ਜਾਂਦੇ ਨੇ। ਠੀਕ ਹੈ ਨਾ, ਸਾਡਾ ਬੁੱਧੂ ਬਣਾਈ ਜਾਂਦੇ ਆ। ਪਰ ਲੇਕਿਨ ਦੇਖਿਆ ਜਾਵੇ ਹੁਣ ਆਹ ਬੁੱਧੂ ਬਣਨ ਵਾਲੀ ਨੀਤੀ ਇਹਨਾਂ ਦੀ ਕਾਮਯਾਬ ਨਹੀਂ ਹੋਣੀ। ਜੇ ਕੱਲਾ ਨੌਜਵਾਨ ਬੱਚੇ ਤੋਂ ਲੈ ਕੇ ਅੱਜ ਕੱਲ੍ਹ ਸਿਆਣਾ ਹੋ ਗਿਆ, MLA ਨੂੰ ਜਵਾਬ ਸਵਾਲ ਕਰਨ ਲੱਗੇ, MPਆਂ ਨੂੰ ਸਵਾਲ ਜਵਾਬ ਕਰਨ ਲੱਗੇ, ਤੇ ਇਹਨਾਂ ਨੂੰ ਮੁਸ਼ਕਿਲ ਨੂੰ ਦੇਖਦੇ ਹੋਏ, ਠੀਕ ਹੈ ਨਾ, ਆਹ ਸਾਰਾ ਡਿਸੀਜ਼ਨ ਲੈਣਾ ਪੈ ਰਿਹਾ। ਪਰ ਜਿਹੜੀ ਤੁਸੀਂ ਗੱਲ ਕਰ ਰਹੇ ਨਵੀਂ ਘਟਾਤੀ ਵਧਾਤੀ ਜੋ ਵੀ ਹੈ 16 ਤੋਂ 13 ਕਰਤੀ, ਆਹ ਸਾਰੀ ਇਹਨਾਂ ਦੀ ਸਟ੍ਰੈਟਜੀ ਆ ਵੀ ਕਿਸਾਨ ਕਿਤੇ ਨਾ ਕਿਤੇ ਅੰਦੋਲਨ ਤੋਂ ਭੜਕ ਕੇ ਹੋਰ ਮੁੱਦਿਆਂ 'ਤੇ ਗੱਲ ਲਿਆਉਣ ਦੀ ਚਾਹੁੰਦੇ ਵੀ ਭਾਈ ਤੁਸੀਂ ਨਵੀਂ ਇੱਦਾਂ ਕਰਤੀ, ਉਹ ਕਹਿਣਗੇ ਅਸੀਂ ਨਵੀਂ ਆ ਲਓ 17 ਕਰ ਦਿੰਦੇ ਆ। ਤਾਂ ਆਹ ਕਈ ਚੀਜ਼ਾਂ ਜੀ, ਇਹਨਾਂ ਨੂੰ ਤੁਸੀਂ ਖੁਦ ਸਮਝਦਾਰ ਹੋ ਵੀ ਉਲਝਾਇਆ ਜਾ ਰਿਹਾ ਕਿਸਾਨ ਨੂੰ। ਮੈਂ ਇੱਕ ਛੋਟੇ ਸ਼ਬਦ 'ਚ ਕਹਿੰਦਾ ਵੀ ਖੇਤੀ ਕਾਨੂੰਨਾਂ ਤੋਂ ਹਟਾ ਕੇ ਗੱਲ ਦੂਸਰੇ ਪਾਸੇ ਲਿਆਂਦੀ ਜਾ ਰਹੀ ਹੈ ਜੀ। ਜੇ ਗਰੇਵਾਲ ਦੀ ਗੱਲ ਕਰੀਏ, ਗਰੇਵਾਲ ਨੇ ਤੁਸੀਂ ਕਹਿੰਦੇ ਹੋ ਗਾਲ ਕੱਢੀ ਆ, ਕਿੱਦਾਂ ਦੇਖਦੇ ਹੋ ਇਦਾਂ ਦਾ ਇੱਕ ਸੀਨੀਅਰ ਆਗੂ ਜਿਸ ਦਾ ਪੰਜਾਬ 'ਚ ਕਹਿ ਰਿਹਾ ਮੈਂ BJP ਦਾ ਥੰਮ ਆ, BJP ਦਾ ਆਗੂ ਆ ਪੰਜਾਬ ਦਾ, ਤੇ ਇਦਾਂ ਦੇ ਸ਼ਬਦ ਵਰਤਦਾ, ਉਹਦੇ ਬਾਰੇ ਕੀ ਕहेंगे ਹੋ? ਜੀ, ਮੈਂ ਗਰੇਵਾਲ ਵਾਸਤੇ ਤਾਂ ਕੋਈ ਸ਼ਬਦ, ਮੈਂ ਤਾਂ ਇੱਕ ਤੁਹਾਨੂੰ ਮੀਡੀਆ ਨੂੰ ਵੀ ਕਹਿੰਦਾ, ਸਾਰਿਆਂ ਨੂੰ ਕਹਿੰਦਾ, ਇੱਕ ਹੱਥ ਬੰਨ੍ਹ ਕੇ ਬੇਨਤੀ ਆ, ਕੋਈ ਚੱਜ ਦੇ ਬੰਦੇ ਦਾ ਬਿਆਨ ਲਓ। ਆਹ 2 ਟਕੇ ਦਾ ਬੰਦਾ ਨਹੀਂ ਹੈਗਾ, ਸਿੱਧੀ ਗੱਲ ਆ। ਠੀਕ, ਇਹਦੀ ਕੌਣ ਸੁਣਦਾ ਆ? ਇਹ ਨਾ ਜਿੱਦਾਂ ਕਿ ਇਹਨੂੰ ਦਿਖਦਾ ਪਿਆ ਵੀ ਬੱਦਲ ਹੁੰਦਾ ਪਿਆ, ਉਹਦਾ ਕਹੂਗਾ ਭਾਈ ਮੀਂਹ ਪੈ ਰਿਹਾ, ਉਹਦਾ ਜਵਾਕ ਵੀ ਦੱਸ ਦੂਗਾ। ਇਹਨੂੰ ਦਿਖ ਰਿਹਾ ਵੀ ਹੁਣ ਕੇਂਦਰ ਸਰਕਾਰ 'ਚ ਹਿਲਚੁਲ ਹੋਈ ਆ, ਹੁਣ ਖੇਤੀ ਕਾਨੂੰਨ ਰੱਦ ਹੋਣੇ ਆ, ਉਹਦਾ ਆ ਕੇ ਥੱਲੇ ਬਹਿ ਗਿਆ ਕਿ ਕਹਿਣ ਲੱਗ ਗਿਆ ਵੀ ਹਾਂ ਬਈ ਇਹ ਹੁਣ ਮੇਰਾ ਕੈਪਟਨ ਤਾਂ ਕਿਸਾਨੀ ਮੁੱਦੇ ਨੂੰ ਤਾਂ ਗੋਦ 'ਚ ਪਾ ਲਿਆ, ਕਿਸਾਨਾਂ ਨੂੰ ਗੋਲ 'ਚ ਪਾ ਲਿਆ, ਇੱਦਾਂ ਕਰਿਆ ਉੱਦਾਂ ਕਰਿਆ। ਤਾਂ ਗਰੇਵਾਲ ਨੂੰ, ਜਿਹੜਾ ਗਰੇਵਾਲ ਦਾ ਅਕਸ ਹੈ, ਇਹਦਾ ਵੀ ਕੇਂਦਰ ਸਰਕਾਰ ਤੇ ਅਕਸ ਜਿਹੜਾ ਵੀ ਹੈ, ਇਹਨੂੰ ਆਹ ਚਾਹੀਦਾ ਕਿ ਤੂੰ ਬੈਠ ਕੇ ਕਿਸਾਨਾਂ ਦੀ ਗੱਲ ਦਾ ਮਸਲਾ ਕੱਢੇ, ਹੱਲ ਕੱਢੇ। ਠੀਕ ਹੈ ਨਾ, ਤੇ ਆ ਨਾ ਹੋਵੇ ਕਿ ਇਹਨੂੰ ਵਧਾ ਚੜਾ ਕੇ ਵੀ ਉੱਥੇ ਬੈਠੇ 2 ਕੁਰਸੀ, ਸਾਨੂੰ ਕਿਹੜਾ ਪਤਾ ਨਹੀਂ ਕਿੱਥੇ ਰਹਿੰਦਾ। ਮੈਂ ਤੁਹਾਨੂੰ ਮੀਡੀਆ ਰਾਹੀਂ ਦੱਸ ਦਿੰਦਾ, 8 ਸੈਕਟਰ ਪੰਚਕੂਲੇ ਰਹਿੰਦਾ। ਸਾਡੀ ਕੱਲੀ ਨੌਲੇਜ ਆ ਤੇਰੇ ਬਾਰੇ। ਆਹ ਨਾ ਸੋਚੀ ਵੀ ਮੈਂ ਉੱਥੇ ਬੈਠਿਆ ਵੀ ਆ ਉੱਥੇ ਆ ਨਹੀਂ ਸਕਦੇ, ਵੀ ਤੇਰੀ BJP ਸਰਕਾਰ ਹੈ ਤੇਰੇ ਪੰਚਕੂਲੇ ਹਰਿਆਣੇ 'ਚ, ਹੈ ਨਾ। ਆਹ ਨਾ ਸੋਚੀ, ਸਾਡੇ ਕੋਲ ਕੱਲੀ ਡਿਟੇਲ ਆ। ਜਿਹੜੀ ਤੂੰ ਗਾਲ ਕੱਢੀ ਆ, ਠੀਕ ਹੈ ਨਾ, ਮੇਰਾ ਜੇ ਬੱਸ ਚੱਲੇ, ਪਰ ਮੈਂ ਇਹ ਨਵੀਂ ਦਿਖਾ ਰਿਹਾ, ਮੇਰਾ ਬੱਸ ਚੱਲੇ, ਤੇਰੇ ਜਿਹੜੇ ਬਨੂੜ ਹਰ ਰਾਜਪੁਰੇ ਦੇ ਆਗੂ ਆ ਨਾ, ਉਹਨਾਂ ਤੋਂ ਕਹਿ ਕੇ ਤੇਰੇ ਇੱਥੇ ਖੜ ਕੇ ਮਾਫੀ ਮੰਗਵਾਉਂਦਾ, ਇੰਨਾ ਦਮ ਰੱਖਦਾ। ਪਰ ਲੇਕਿਨ ਮੈਂ ਆਹ ਚਾਹੁੰਦਾ ਕਿ ਚਲੋ ਮਾਹੌਲ ਨਾ ਵਿਗੜੇ, ਡੈਮੋਕ੍ਰੇਸੀ ਲੋਕਤੰਤਰ ਦੇ ਵਿੱਚ ਰਹਿ ਕੇ ਆਪਾਂ ਗੱਲ ਕਰੀਏ। ਜੇ ਮੈਂ ਜਿਸ ਟਾਈਮ ਵਿਰੋਧ ਕੀਤਾ ਕਰਨ ਨੂੰ, ਮੈਂ ਕੱਲ ਜਿਹੜਾ ਬੰਦਾ ਕੱਲਾ ਐਡਾ ਕੰਮ ਕਰ ਸਕਦਾ, ਵਿਰੋਧ ਕਰ ਸਕਦਾ, ਉਹ ਕਿਹਾ ਉਹਦੇ ਗੱਡੀ ਦੇ ਸ਼ੀਸ਼ੇ ਨਾ ਬਣ ਸਕਦਾ ਸੀ, ਕਿਹਾ ਉਹਦੇ ਕੱਪੜੇ ਨਾ ਪਾੜ ਸਕਦਾ ਸੀ। ਪਰ ਮੇਰਾ ਮੈਂਟਲੀ ਲੈਵਲ ਉਹ ਨਹੀਂ ਸੀ ਵੀ ਉਹਦਾ ਐਡਾ ਨੁਕਸਾਨ ਕਰਨਾ। ਮੇਰਾ ਮੈਂਟਲੀ ਲੈਵਲ ਆ ਸੀ ਕਿ ਉਹਨੂੰ, ਜੋ ਕਿ ਮੈਂ 27 ਤਰੀਕ ਨੂੰ ਭਾਰਤ ਬੰਦ ਸੀ, ਉੱਥੇ ਇੱਕ ਭਾਸ਼ਣ ਦੌਰਾਨ ਕਿਹਾ ਸੀ ਕਿ ਮੈਂ ਜ਼ੁਬਾਨ ਕਰਦਾ ਆ। ਕੀ ਜ਼ੁਬਾਨ ਕਰਦਾ? ਪਰਛਾਵਾਂ ਤੱਕ ਨਹੀਂ ਪੈਣ ਦਿੰਦਾ ਬਨੂੜ ਹਰ ਰਾਜਪੁਰੇ 'ਚ ਕੱਲਾ ਪੁੱਤ। ਠੀਕ ਹੈ, ਉਹ ਮੈਂ ਕਰਕੇ ਦਿਖਾਇਆ। ਕੱਲੇ ਪੁੱਤ ਨੇ ਨਾ ਪਰਛਾਵਾਂ ਪੈਣ, ਧਰਤੀ ਰਾਜਪੁਰੇ ਦੀ ਰੱਖਣ ਦਿੱਤਾ। ਆਹ ਨਾ ਸੋਚੀ ਵੀ ਕੱਲ ਨੂੰ ਤੂੰ ਚੁੱਪ ਚਪੀਤੇ ਆ ਜਾਂਦਾ। ਹੁਣ ਆ ਰਿਹਾ ਸੀ ਨਾ, ਕਿਸੇ ਨੂੰ ਪਤਾ ਨਹੀਂ ਸੀ ਵੀ ਤੂੰ ਆ ਰਿਹਾ। ਆ ਤੇਰੇ ਦਿਮਾਗ 'ਚੋਂ ਕੱਢ ਦੇ, ਤੇਰੀ ਫੀਲਡਿੰਗ ਚਾਰੇ ਪਾਸੇ ਲਾਈ ਹੋਈ ਆ। ਸਾਨੂੰ 1% ਪਤਾ ਚੱਲ ਗਿਆ ਵੀ ਤੂੰ ਆ ਰਿਹਾ। ਕੱਲਾ ਪੁੱਤ ਆਊਗਾ ਦੁਬਾਰੇ, ਫਿਰ ਜੇ ਕੋਈ ਆਵੇ ਨਾ ਆਵੇ, ਜਥੇਬੰਦੀ ਆਵੇ ਨਹੀਂ ਆਵੇ, ਕੁਛ ਆਵੇ, ਕੱਲਾ ਪੁੱਤ ਆਊਗਾ ਮਾਂ ਦਾ, ਹਰ ਤਰ੍ਹਾਂ ਵਿਰੋਧ ਕੱਲਾ ਹੀ ਡਟ ਕੇ ਕਰੂਗਾ। ਜੇ ਉਹ ਚੈਲੰਜ ਕਰਕੇ ਆਉਂਦਾ ਹੈ ਰਾਜਪੁਰੇ ਜਾਂ ਬਨੂੜ ਦੇ ਵਿੱਚ, ਕਿੱਦਾਂ ਦਾ ਪ੍ਰਦਰਸ਼ਨ ਕੀਤਾ ਜਾਊਗਾ? ਕਿੱਦਾਂ ਉਹਨੂੰ ਰੋਕਣ ਦੀ ਜਿਹੜੀ ਆ ਤੁਸੀਂ ਕੋਸ਼ਿਸ਼ ਕਰੋਗੇ? ਉਹ ਕਿੱਦਾਂ ਦਾ ਪ੍ਰਦਰਸ਼ਨ ਕਰਨਗੇ? ਕਿਉਂਕਿ ਪ੍ਰਸ਼ਾਸਨ ਉਹਨਾਂ ਨੂੰ ਸਿਕਿਉਰਿਟੀ ਦੇਊਗਾ,
ਜੋ ਵੀ ਪੁਲਿਸ ਪ੍ਰਸ਼ਾਸਨ ਸਿਕਿਉਰਿਟੀ ਦੇਊਗਾ ਉਹਨਾਂ ਦੀ ਮਦਦ ਕਰੂਗਾ, ਤੁਸੀਂ ਕਿੱਦਾਂ ਦਾ ਵਿਰੋਧ ਕਰੋਗੇ? ਬਾਈ ਜੀ ਗੱਲ ਐਦਾਂ ਦੇਖੋ ਵੀ ਇਸ ਟਾਈਮ ਜੋ ਵੀ ਹੋਇਆ ਉਹ ਵੀ ਮੈਂ ਇਕੱਲੇ ਨੇ ਕੀਤਾ ਸੀ। ਜੇ ਮੇਰੀ ਗੱਲ ਸੁਣ, ਉਹਦੀ ਇਨੋਵਾ ਗੱਡੀ 4-5 ਜਣੇ ਬੈਠੇ ਸੀ, ਠੀਕ ਹੈ ਨਾ, 2 ਅੱਗੇ ਸੀ, ਇੱਕ ਆਪ ਸੀ, ਇੱਕ 2 ਮੇਰੇ ਖਿਆਲ 'ਚ ਉਹਦੇ ਮਗਰ ਹੋਰ ਬੈਠੇ ਸੀ, ਤੇ ਪਿੱਛੇ ਘੱਟੋ ਘੱਟ ਨਾ ਕਰਦੇ ਹੋਏ 6 ਜਣਿਆਂ ਦੀ ਸਿਕਿਉਰਿਟੀ ਸੀ ਜਿਹਦੇ ਹੱਥਾਂ 'ਚ 47 ਸੀ। ਠੀਕ ਹੈ ਯਾਰ, ਵਿਗਾੜ ਨੂੰ ਮੇਰਾ ਕੀ ਨਹੀਂ ਵਿਗਾੜ ਸਕਦੇ ਸੀ ਉਹ, ਪੁਲਿਸ ਵਾਲ ਹੈ, ਉਹਨਾਂ ਦੇ ਹੱਥ 'ਚ ਯਾਰ ਸਾਰਾ ਕੁਝ ਆ, ਕਾਨੂੰਨ ਆ, ਠੀਕ ਹੈ, ਮੇਰਾ ਕਿਆ ਨਹੀਂ ਕਰ ਸਕਦੇ ਸੀ। ਪਰ ਲੇਕਿਨ ਦੇਖਿਆ ਜਾਏ ਜੇ ਵੀ ਜ਼ਮੀਰ ਜਾਗਦੀ ਹੋਵੇ, ਜਿਹੜਾ ਬੰਦਾ ਚੋਰ ਹੋਊਗਾ ਨਾ, ਉਹ ਚੋਰ ਜਿਹਨੂੰ ਕਹਾਂਗੇ ਭੱਜ, ਉਹ ਮਿੰਟੋ ਮਿੰਟੀ ਆਪੇ ਭੱਜ ਜੂਗਾ। ਜੇ ਇੱਥੇ ਖੜ ਕੇ ਮੈਂ ਕਹਿਣ ਲੱਗ ਜਾਣਾ ਚੋਰ ਆ, ਚੋਰ ਆ ਗਿਆ, ਚੋਰ ਆ ਗਿਆ, ਚੋਰ ਜਾਂ ਭਾਵੇਂ ਇਹਨੂੰ ਕੋਈ ਕਹੇ ਨਾ ਕਹੇ, ਜਿਹੜਾ ਅਸਲ ਚੋਰ ਹੋਊਗਾ ਨਾ ਆਪੇ ਭੱਜ ਜੂਗਾ। ਠੀਕ ਹੈ ਨਾ, ਉਹੀ ਕੰਮ ਗਰੇਵਾਲ ਦਾ ਹੋਇਆ ਜਾਂ ਇਕੱਲੇ ਨੇ ਕਰਿਆ। ਮੈਂ ਆਹੀ ਕਿਹਾ ਵੀ ਚੋਰ ਆ, ਚੋਰ ਆ, ਚੋਰ ਆ। ਜੇ ਚੋਰ ਨਹੀਂ ਸੀ ਤੂੰ ਖੇਤੀ ਕਾਨੂੰਨ ਤੇਰੇ ਸਹੀ, ਤੂੰ ਮੈਨੂੰ ਰੋਕਦਾ ਗੱਡੀ, ਮੈਨੂੰ ਕਹਿੰਦਾ ਬਾਈ ਪੁੱਤ ਮੇਰੀ ਗੱਲ ਸੁਣ, ਹੁਣ ਦੱਸ ਦੂੰ ਕੀ ਤਕਲੀਫ ਆ। ਮੈਂ ਤੈਨੂੰ ਆਹੀ ਪੁੱਛਣਾ ਸੀ ਵੀ 3 ਖੇਤੀ ਕਾਨੂੰਨ ਤੂੰ ਕਹਿੰਦਾ ਵੀ ਠੀਕ ਆ, ਵੀ ਮੈਨੂੰ ਸਮਝਾ ਦੇ ਵੀ 3 ਖੇਤੀ ਕਾਨੂੰਨ ਗਲਤ ਕੀ ਆ। ਠੀਕ ਹੈ ਨਾ, ਵੀ ਤੂੰ ਆਹ ਗੱਲ ਬੈਠ ਕੇ ਵੀ ਹੋ ਸਕਦੀ ਸੀ, ਪਰ ਤੂੰ ਭੱਜਿਆ ਕਿਉਂ ਆ? ਜੇ ਤੇਰੀ ਤੇਰੀ ਦਾੜੀ 'ਚ ਤਿਨਕਾ ਸੀ ਤਾਂ ਹੀ ਤੂੰ ਚੋਰ ਸੀ, ਤੂੰ ਤਾਂ ਹੀ ਭੱਜਿਆ। ਠੀਕ ਹੈ ਨਾ, ਹੁਣ ਮੈਂ ਤੁਹਾਨੂੰ ਕਹਿ ਦਿੰਦਾ ਵੀ ਹਾਂ ਬਾਈ ਤੁਸੀਂ ਇੱਦਾਂ ਯਾਰ, ਤੁਸੀਂ ਸੱਚੇ ਹੋਗੇ, ਤੁਸੀਂ ਕਿਉਂ ਭੱਜੋਗੇ ਜੀ? ਆਹ ਗੱਲ ਮੇਨ ਮੁੱਦਾ ਆ। ਮੈਂ ਸਾਰੇ ਹੱਥ ਬੰਨ੍ਹ ਕੇ ਬੇਨਤੀ ਕਰਦਾ, ਜਿੰਨੇ ਵੀ ਮੇਰੇ ਲੋਕਾਂ ਨੇ ਬਾਅਦ 'ਚ ਮੈਨੂੰ ਬਹੁਤ ਫੋਨ ਆਏ, ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਠੀਕ ਹੈ ਜੀ। ਕਿਸਾਨ ਸੰਯੁਕਤ ਕਿਸਾਨ ਮੋਰਚੇ ਦੇ ਕਿਸੇ ਆਗੂ ਦਾ ਤੁਹਾਡੇ ਕੋਲ ਕਾਲ ਆਇਆ ਹੋਵੇ, ਤੁਸੀਂ ਕਿਹਾ ਸੀਗਾ ਕਿ ਉਹਨਾਂ ਤੇ ਕੋਈ ਸਖਤ ਕਾਰਵਾਈ ਕੀਤੀ ਜਾਵੇ, ਭੱਦੀ ਸ਼ਬਦਾਵਲੀ ਵਰਤੀ ਆ, ਉਹਨਾਂ ਨੇ ਗਾਲਾਂ ਤੱਕ ਕੱਢਣ ਦੀ ਗੱਲ ਤੁਸੀਂ ਆਖੀ ਆ, ਕੋਈ ਆਗੂ ਦਾ ਜਾਂ ਕਿਸੇ ਜਥੇਬੰਦੀ ਦੇ ਹੋਰ ਮੋਢੀ ਦਾ ਕੋਈ ਫੋਨ ਆਇਆ ਹੋਵੇ ਤੁਹਾਡੇ ਤੱਕ ਗੱਲ ਕੀਤੀ ਹੋਵੇ? ਵੈਸੇ ਮੈਨੂੰ ਲੱਗਦਾ ਹੈ ਕਿ ਅਜੇ ਤੱਕ ਤਾਂ ਮੈਨੂੰ ਸੰਯੁਕਤ ਕਿਸਾਨ ਮੋਰਚੇ ਜੋ ਡੱਲੇਵਾਲ ਸਾਹਿਬ, ਰਾਜੇਵਾਲ ਮੇਰੇ ਸੀਨੀਅਰ ਨੇ, ਮੈਂ ਅੱਜ ਦਾ ਨਹੀਂ ਜੁੜਿਆ ਹੋਇਆ ਵੀ ਆਹ ਨਹੀਂ ਹੈ ਕਿ ਮੈਂ ਆਹ ਕਰਕੇ ਅੱਗੇ ਅੱਜ ਜਦੋਂ ਵੀ ਆਪਾਂ ਦਿੱਲੀ ਗਏ, ਬੈਰੀਕੋਡ ਹੱਥਾਂ ਨਾਲ ਸਾਈਡ 'ਤੇ ਕਰਕੇ ਗਏ ਹਾਂ, ਤੇ ਉੱਥੇ ਦੀ ਆਪਣੇ ਕੋਲ ਸਾਰੀ ਰਿਪੋਰਟ ਆ, ਤੇ 10 ਮਹੀਨੇ ਸਾਲ ਹੋ ਗਏ ਆਪਾਂ ਨੂੰ ਉੱਥੇ ਜਾਂਦਿਆਂ ਨੂੰ। ਪਰ ਲੇਕਿਨ ਜਿਹੜੀ ਤਾਂ ਗੱਲ ਤੁਸੀਂ ਕਰੀ ਹੈ ਵੀ ਜਥੇਬੰਦੀਆਂ ਕਿਸੇ ਨੇ ਤੁਹਾਡੇ ਕੰਟੈਕਟ ਕਰਨਾ ਚਾਹਿਆ ਨਹੀਂ ਚਾਹਿਆ, ਮੈਂ ਆਹ ਤੁਹਾਨੂੰ ਕਹਿਦਾ ਵੀ ਕਰਨਾ ਚਾਹਿਆ, ਮੇਰੇ ਨਾਲ ਹਾਲੇ ਤੱਕ ਕਿਸੇ ਦਾ ਕੰਟੈਕਟ ਨਹੀਂ ਹੋਇਆ। ਹਾਂ, ਕਿਰਪਾ ਕਰਕੇ ਰਾਜੇਵਾਲ ਸਾਹਿਬ, ਜਿਹੜੇ ਵੀ ਸੀਨੀਅਰ ਆਗੂ ਨੇ, ਕਾਦੀਆਂ ਸਾਹਿਬ, ਚੜੂਣੀ ਸਾਹਿਬ, ਉਗਰਾਹਾਂ ਸਾਹਿਬ, ਮੇਰੇ ਇਲਾਕੇ 'ਚ ਵੀ ਆਏ ਹੋਏ ਸੀ, ਕੱਲ੍ਹ ਹੀ ਆਏ ਹੋਏ ਸੀ। ਮੈਂ ਉਹ ਆਪਣਾ ਦਫ਼ਤਰ ਸੰਭਾਲ ਰਹੀ ਸੀ, ਮੈਂ ਇਕੱਲਾ ਇੱਧਰ ਆ ਸੰਭਾਲ ਰਿਹਾ ਸੀ। ਪਰ ਲੇਕਿਨ ਹਾਲੇ ਤੱਕ ਮੇਰੇ ਕੋਲ ਕਿਸੇ ਦਾ ਕੰਟੈਕਟ ਨਹੀਂ ਹੋਇਆ, ਤਾਂ ਮੈਂ ਉਮੀਦ ਕਰਦਾ ਛੇਤੀ ਕੰਟੈਕਟ ਹੋ ਜਾਊਗਾ ਜੀ। ਹਾਂਜੀ ਬਾਈ ਜੀ, ਜਿਹੜੀ ਉਹਨਾਂ ਨੇ ਮੀਟਿੰਗ ਰੱਖੀ ਸੀਗੀ ਕਿਸਾਨ ਜਥੇਬੰਦੀਆਂ ਨੂੰ, ਇਸ ਦੀ ਬਿਲਕੁਲ ਭਿਣਕ ਤੱਕ ਨਹੀਂ ਲੱਗੀ ਜਿਹੜੀ ਰਾਜਪੁਰੇ ਦੇ ਵਿੱਚ ਮੀਟਿੰਗ ਰੱਖੀ ਸੀਗੀ ਬੀਜੇਪੀ ਵੱਲੋਂ? ਬਾਈ ਜੀ ਆਹੀ ਤਾਂ ਗੱਲ ਸੋਚਣ ਵਾਲੀ ਆ, ਭਿਣਕ ਨਹੀਂ ਲੱਗੀ, ਤੇ ਭਿਣਕ ਲੱਗਣੀ ਸ਼ੁਰੂ ਹੋਈ ਹੀ ਸੀ। ਉਹ ਤੋਂ ਪਹਿਲਾਂ ਸਰਦਾਰ ਨੇ ਕੰਮ ਕਰਤਾ ਜੀ। ਠੀਕ ਹੈ ਨਾ, ਭਿਣਕ ਯਾਰ ਇੱਦਾਂ ਵੀ ਜੇ ਭਿਣਕ ਲੱਗੇਗੀ, ਉਹ ਤਾਂ ਹੁਣ ਪਹਿਲੇ ਪਿੱਛੇ ਬਨੂੜ ਦੀ ਗੱਲ ਦੱਸਦਾ ਮੈਂ ਤੁਹਾਨੂੰ। ਬਨੂੜ ਦੇ ਨੇ ਕਿਸੇ ਜੈਨ ਦਾ, ਕਿਸੇ ਦਾ ਆਪਣਾ ਨਾ ਉਹ ਭੋਗ ਸੀ, ਠੀਕ ਹੈ ਨਾ, ਅੰਤਿਮ ਅਰਦਾਸ ਸੀ, ਉਹਦੇ ਵਿੱਚ ਇਹਨੇ ਸ਼ਾਮਲ ਹੋਣਾ ਸੀ। ਉਹ ਸਾਨੂੰ ਭਿਣਕ ਲੱਗੀ, ਅਸੀਂ ਜਥੇਬੰਦੀਆਂ ਨੇ ਇਕੱਠ ਕਰਕੇ ਉੱਥੇ ਵਿਰੋਧ ਕਰਿਆ ਇਹਦਾ, ਆਇਆ ਨਹੀਂ। ਫਿਰ ਇਹਨੇ ਗਰੇਵਾਲ ਨੇ ਕੀ ਸਟੇਟਮੈਂਟ ਦਿੱਤੀ, ਮੇਰਾ ਤਾਂ ਕੋਈ ਪ੍ਰੋਗਰਾਮ ਹੀ ਨਹੀਂ ਸੀ, ਮਤਲਬ ਆਪਣਾ ਕਲੀਅਰ ਹੋ ਗਿਆ। ਹੁਣ ਆਹੀ ਗੱਲ ਇਹਨੇ ਚੁੱਪ ਚਪੀਤੇ ਆਉਣਾ ਸੀ। ਮੈਨੂੰ ਸਾਰੀ ਮੈਂ ਡਿਟੇਲ ਕਢਾਈ ਹੈ ਬਾਅਦ 'ਚ। 3 ਮਹੀਨੇ ਬਾਅਦ ਆਪਣਾ ਇੱਥੇ ਮੀਟਿੰਗ ਮਹਿੰਦਰਗੰਜ 'ਤੇ ਇੱਥੇ ਦਫ਼ਤਰ ਹੈ ਇਹਦਾ, ਇੱਥੇ ਮੀਟਿੰਗ ਸੀ। ਮੀਟਿੰਗ ਦੌਰਾਨ ਆਉਣਾ ਸੀ, ਤੇ ਉਸ ਤੋਂ ਪਹਿਲਾਂ ਹੀ ਮੈਂ ਚਲੇ ਗਿਆ ਅਤੇ ਇਹਨੂੰ ਮੈਂ ਸਰਹੰਦ ਬਾਈਪਾਸ ਮੈਕੜੀ ਤੱਕ ਛੱਡ ਕੇ ਆਇਆ, ਪਿੱਛੇ ਵੀ ਰਾਜਪੁਰੇ ਪੈਰ ਨਾ ਧਰਦੀ ਪੁੱਤ। ਉੱਥੋਂ ਇਹਦੇ ਕੋਲ ਨੋਵਾ ਸੀ, ਮੇਰੇ ਕੋਲ ਮੋਟਰਸਾਈਕਲ ਸੀ, ਪਰ ਲੇਕਿਨ ਜਿੱਥੋਂ ਤੱਕ ਡਟਿਆ ਉੱਥੋਂ ਤੱਕ ਇਕੱਲਾ ਪੁੱਤ ਡਟਿਆ। ਪਰ ਲੇਕਿਨ ਉਹ ਤੋਂ ਬਾਅਦ ਵੀ ਆਹ ਨਾ ਹੋਇਆ ਕਿ ਮੈਂ ਮਰੀਜ਼ ਮੀਰਾਂ 'ਚ ਕੋਹਾਵਾਂ, ਜਾ ਕੇ ਮੈਂ ਬੀਜੇਪੀ ਦਫ਼ਤਰ ਦੇ ਮੂਹਰੇ ਗਿਆ, ਵੀ ਇੱਥੇ ਸਾਰਿਆਂ ਨੂੰ ਦੱਸਿਆ ਵੀ ਇੱਥੋਂ ਤੁਸੀਂ ਖੜੇ ਹੋ, ਵੀ ਤੁਸੀਂ ਪਿਆਰ ਦੇ ਨਾਲ ਇਸ਼ਾਰਾ ਕਰਤਾ ਅੱਖ ਦੇ ਨਾਲ ਵੀ ਤੂੰ ਚਲੇ ਜਾਓ, ਜੇ ਇੱਥੇ ਉਲਟਾ ਕੰਮ ਹੋ ਗਿਆ ਵੀ ਤੁਹਾਡਾ ਵਿਰੋਧ ਹੋਊਗਾ ਡਟ ਕੇ ਜੀ। ਉਹਨਾਂ ਦੀ ਜਿਹੜੀ ਸਿਕਿਉਰਿਟੀ ਸੀਗੀ, ਉਹਨਾਂ ਵੱਲੋਂ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੋਵੇ, ਜਾਂ ਤੁਸੀਂ ਦਫ਼ਤਰ ਗਏ ਹੋ ਉੱਥੇ ਕਿਸੇ ਬੀਜੇਪੀ ਆਗੂ ਨੇ ਤੁਹਾਡੇ ਨਾਲ ਕੋਈ ਇਦਾਂ ਦੀ ਗੱਲ ਕੀਤੀ ਹੋਵੇ? ਬਾਈ ਜੀ ਇਹ ਜੇ ਹੁਣ ਪ੍ਰਜਾ ਦਾ ਰਾਜਾ ਹੀ ਸਾਲਾ ਭੱਜ ਗਿਆ ਹੈ, ਹੁਣ 2 ਟਕੇ ਦਾ ਬੰਦਾ ਹੀ ਭੱਜ ਗਿਆ। ਹੁਣ ਪਿੱਛੇ ਜਿਹੜੀ ਪ੍ਰਜਾ ਬੈਠੀ ਆ ਉਹਦਾ ਵੈਸੇ ਹੀ ਭੱਜਣੀ ਆ। ਹੁਣ ਗੱਲ ਰਹੀ ਸਿਕਿਉਰਿਟੀ ਦੀ, ਤੁਸੀਂ ਵੀਡੀਓ 'ਚ ਦੇਖ ਸਕਦੇ ਹੋ, ਮੈਂ ਸਿਕਿਉਰਿਟੀ ਵਾਲਿਆਂ ਨੂੰ ਵੀ ਸਰਿਆਮ ਕਿਹਾ ਤੁਹਾਡੀਆਂ ਮਰੀਆਂ ਵੀ ਜ਼ਮੀਰਾਂ ਨੇ, ਜੇ ਤੁਹਾਡੀ ਜਾਗਦੀ ਜ਼ਮੀਰ ਆ ਨਾ, ਸਿਕਿਉਰਿਟੀ ਛੱਡੋ ਯਾਰ, ਅੱਗੇ ਕੇਂਦਰ ਨੂੰ ਕਹੋ ਚਿੱਠੀ ਪਾਓ ਯਾਰ, ਅਸੀਂ ਦੱਲੇ ਬੰਦੇ ਦੀ ਸਿਕਿਉਰਿਟੀ ਲੈਂਦੇ। ਠੀਕ ਹੈ ਨਾ, ਹੁਣ ਉੱਥੇ ਬੈਠੇ ਬੰਦੇ ਨੂੰ ਉਹ ਵੀ ਯਾਰ ਮਜਬੂਰੀ 'ਚ ਬੈਠੇ ਸੀ, ਪਰ ਲੇਕਿਨ ਜਿੱਥੋਂ ਤੱਕ ਮੇਰਾ ਵਿਰੋਧ ਕਰਿਆ, ਮੈਂ ਪੁਲਿਸ ਵਾਲਿਆਂ ਦਾ ਵੀ ਡਟ ਕੇ ਵਿਰੋਧ ਕੀਤਾ, ਤੁਸੀਂ ਵੀਡੀਓ 'ਚ ਦੇਖ ਸਕਦੇ ਹੋ। ਉੱਥੇ ਜਿਸ ਟਾਈਮ ਪੁਲਿਸ ਵਾਲਾ ਪਿੱਛੇ ਸਰਦਾਰ ਭਾਈ ਸੀ, ਉਹ ਕਹਿੰਦਾ ਬਾਈ ਛੱਡ। ਮੈਂ ਛੱਡ ਕਿੱਦਾਂ, ਦਾੜੀਆਂ ਬੰਨੀਆਂ, ਸਰਦਾਰ ਮੇਰੇ ਮਾਂ ਪਿਓ ਦੇ ਵਰਗੇ ਸੀ। ਠੀਕ ਹੈ ਨਾ, ਉਹ ਮੈਨੂੰ ਸ਼ਰਮ ਆਉਂਦੀ ਸੀ, ਮੈਨੂੰ ਗਰੇਵਾਲ ਦੇ ਵੀ ਸ਼ਰਮ ਆਉਂਦੀ ਹੈ ਵੀ ਤੇਰੀ ਉਮਰ ਕਿਹੜੀ ਆ, ਤੂੰ ਤੇਰੀ ਉਮਰ ਤੇ ਮੇਰੀ ਉਮਰ 'ਚ ਦੇ ਫਰਕ ਕਿੰਨਾ, ਤੂੰ ਇਹੋ ਜਿਹੇ ਜਵਾਕਾਂ ਤੋਂ ਵੀ ਗਾਲਾਂ ਖਾਣ ਲੱਗ ਗਿਆ, ਅੱਗੇ ਨੌਜਵਾਨਾਂ ਤੋਂ ਵੀ ਗਾਲਾਂ ਖਾਣ ਲੱਗ ਗਿਆ, ਤੂੰ ਸ਼ਰਮ ਕਰ ਲੈ ਭਰਾਵਾ, ਤੂੰ ਸ਼ਰਮ ਕਰ ਲੈ। ਕਿਤੇ ਸੰਯੁਕਤ ਮੋਰਚੇ ਦੇ ਆਗੂ ਇਹ ਨਾ ਕਹਿ ਦੇਣ ਕਿ ਨੌਜਵਾਨ ਨੇ ਜਿਹੜੇ ਗਰਮ ਚੱਲਦੇ ਨੇ,
ਇਹਨਾਂ ਨੂੰ ਥੋੜਾ ਬਹੁਤੀ ਸ਼ਾਂਤੀ ਰੱਖਣੀ ਚਾਹੀਦੀ ਹੈ। ਇਦਾਂ ਦਾ ਵੀ ਕੋਈ ਬਿਆਨ ਨਾ ਆ ਜਾਵੇ, ਕਿਉਂਕਿ 26 ਨੂੰ ਇਦਾਂ ਦੇ ਬਿਆਨ ਵੀ ਕਾਫੀ ਆਏ ਸੀਗੇ। ਨਹੀਂ ਦੇਖੋ, ਮੈਂ ਕੋਈ ਗਲਤ ਕੰਮ ਨਹੀਂ ਕੀਤਾ, ਸੰਯੁਕਤ ਕਿਸਾਨ ਮੋਰਚੇ ਦੇ ਕਹਿਣ ਤੇ ਹੀ ਕੀਤਾ। ਜਿੱਦਾਂ ਕਿ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਬੀਜੇਪੀ ਦੇ ਆਗੂਆਂ ਦਾ ਹਰ ਕਿਧਰੇ ਵਿਰੋਧ ਕਰੋ। ਹਾਂ, ਜੇ ਮੈਂ ਕਿਧਰੇ ਉਹਨਾਂ ਨੂੰ ਉਲਟਾ ਕਰਦਾ ਕਿ ਮਤਲਬ ਕਿ ਮੈਂ ਉਹਦੀ ਗੱਡੀ ਭੰਨਦਾ, ਉਹਦੇ ਗਰੇਵਾਲ ਦੇ ਗੱਲਾਂ ਤੇ ਪੈਂਦੀਆਂ ਚਾਰ, ਠੀਕ ਹੈ ਨਾ, ਫਿਰ ਮੈਂ ਗਲਤ ਸੀ। ਠੀਕ ਹੈ ਨਾ, ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰਿਓ ਕਿ ਮੈਂ ਜੇ ਉਸ ਟਾਈਮ ਗਲਤ, ਮੇਰਾ ਡੈਮੋਕ੍ਰੇਸੀ, ਸੰਯੁਕਤ ਕਿਸਾਨ ਮੋਰਚਾ ਇੱਕ ਅੱਡ ਕੰਸੈਪਟ ਲਾ ਲਓ, ਡੈਮੋਕ੍ਰੇਸੀ ਕਿ ਮੇਰਾ ਹੱਕ ਹੈ। ਜੇ ਅੱਜ ਮੈਂ ਕਿਸੇ ਐਮਐਲਏ ਐਮਪੀ ਦਾ ਵਿਰੋਧ ਕਰਨਾ ਚਾਹਾਂ, ਕੋਈ ਰੋਕ ਨਹੀਂ ਸਕਦਾ। ਮੇਰਾ ਸ਼ਾਂਤੀਪੂਰਵਕ ਹੋਣਾ ਚਾਹੀਦਾ ਵਿਰੋਧ। ਪਰ ਆਹ ਨਹੀਂ ਗੱਲ ਵੀ ਮੈਂ ਇੱਕ ਸੰਯੁਕਤ ਕਿਸਾਨ ਮੋਰਚੇ ਦੀ ਗੱਲ ਕਰਾਂ, ਪਰ ਲੇਕਿਨ ਸੰਯੁਕਤ ਕਿਸਾਨ ਮੋਰਚੇ ਨੇ ਵੀ ਆਹ ਗੱਲ ਕਹੀ ਹੋਈ ਆ ਕਿ ਵੀਰੋ ਤੁਸੀਂ ਵਿਰੋਧ ਕਰਨਾ ਹੈ, ਜਿਹੜੇ ਕਾਂਗਰਸੀ ਹਰ ਅਕਾਲੀ ਆ ਇਹਨਾਂ ਦਾ ਸਵਾਲ ਜਵਾਬ ਕਰਨੇ ਖੜਾ ਕੇ, ਵਿਰੋਧ ਇਹਨਾਂ ਦਾ ਨਹੀਂ ਕਰਨਾ, ਵਿਰੋਧ ਇਕੱਲਾ ਬੀਜੇਪੀ ਦਾ ਕਰਨਾ। ਆਹ ਗੁਰਾਂ ਸਾਹਿਬ ਨੇ ਵੀ ਕਿਹਾ, ਰਾਜੇਵਾਲ ਸਾਹਿਬ ਨੇ ਕਿਹਾ, ਕਾਦੀਆਂ ਸਾਹਿਬ ਨੇ, ਸਾਰਿਆਂ ਨੇ ਕਿਹਾ, 32 ਕਿਸਾਨ ਜਥੇਬੰਦੀਆਂ ਨੇ। ਹਾਂਜੀ, ਅੱਗੇ ਜੇ ਕੋਈ ਫੰਕਸ਼ਨ ਬੀਜੇਪੀ ਇੱਥੇ ਰੱਖਦੀ ਹੈ ਰਾਜਪੁਰੇ ਜਾਂ ਬਨੂੜ ਦੇ ਵਿੱਚ, ਕੀ ਕਹੇਂਗੇ ਉਹਨਾਂ ਨੂੰ? ਮੈਂ ਕਹਿਣਾ ਦਾ ਕੀ ਹੈ, ਮੈਂ ਚਲੋ ਕਹਿਣ ਵਾਲਾ ਹੁੰਦਾ ਕੀ ਆ, ਠੀਕ ਹੈ। ਜੇ ਗਰੇਵਾਲ ਦੇ ਸਾਥੀ, ਇੱਕ ਗੱਲ ਸੁਣ ਲੈਣ ਮੇਰੀ, ਗਰੇਵਾਲ ਦੇ ਸਾਥੀ, ਜੇ ਤੁਹਾਡੀਆਂ ਮਾੜੀ ਮੋਟੀ ਜ਼ਮੀਰ ਜਾਗਦੀ ਆ, ਮਾੜੀ ਮੋਟੀ, ਜ਼ਿਆਦਾ ਨਹੀਂ ਕਹਿੰਦਾ, ਥੋੜੀ ਬਹੁਤੀ ਜਾਗਦੀ ਆ, ਤੁਸੀਂ ਚਲੋ ਯਾਰ, ਮੈਨੂੰ ਆ ਕੁਐਸਚਨ ਦਾ ਮੈਂ ਜਵਾਬ ਦੇਣਾ ਨਹੀਂ ਚਾਹੁੰਦਾ, ਪਤਾ ਚੱਕਰ ਕੀ ਆ, ਇਹਨਾਂ ਨੇ ਕਹਿ ਕੇ ਕਿੱਥੇ ਆਉਣਾ ਯਾਰ, ਹੈ ਜਿਹੜੇ ਲੁਕੀ ਛੁਪੀ। ਇੱਕ ਨਾ ਗਰੇਵਾਲ ਦੀ ਗੱਡੀ ਦਾ ਇੱਕ ਕਾਲਾ ਸ਼ੀਸ਼ਾ ਹੋਇਆ ਵਾ, ਕਿਉਂ ਭਾਈ? ਡਰ ਲੱਗਦਾ ਲੋਕਾਂ ਤੋਂ, ਲੋਕਾਂ ਦੇ ਜਾਣ ਤੋਂ, ਵਿਚਰਨ ਤੋਂ ਡਰ ਲੱਗਦਾ ਆ, ਤਾਂ ਹੀ ਆ। ਪਰ ਲੇਕਿਨ ਤੁਹਾਡੀ ਗੱਲ ਦਾ ਮੈਂ ਆਹੀ ਜਵਾਬ ਦਿੰਦਾ ਵੀ ਡਟ ਕੇ ਵਿਰੋਧ ਕਰੂੰਗਾ। ਤੂੰ ਜਾਂ ਦੱਸ ਗਿਆ ਜਾਂ ਨਾ ਦੱਸ ਗਿਆ, ਤੇ ਤੇਰਾ ਆਈਟੀ ਸੈੱਲ ਕੰਮ ਕਰਦਾ ਨਾ, ਹੁਣ ਸਾਡਾ ਆਈਟੀ ਸੈੱਲ ਵੀ ਆ, ਕੱਲੀ ਫੀਲਡਿੰਗ ਲਾਈ ਵੀ ਆ, ਜਿੱਥੇ ਦੀ ਲੰਘੇਗਾ ਉੱਥੇ ਚਲਾਂਗੇ ਤੇਰੇ ਨਾਲ, ਕੋਈ ਚੱਕਰ ਨਹੀਂ। ਕੱਲਾ ਹੀ ਡਟ ਕੇ ਵਿਰੋਧ ਕਰਾਂ, ਕਿਸੇ ਦਾ ਡਰ ਨਹੀਂ ਮਰਿਆ, ਕਿਉਂਕਿ ਸਾਡਾ ਡੈਮੋਕ੍ਰੇਸੀ ਹੱਕ ਆ ਬਾਈ। ਆਹ ਸਰਕਾਰਾਂ ਸਾਡੇ ਕਰਕੇ ਨੇ, ਅਸੀਂ ਸਰਕਾਰਾਂ ਕਰਕੇ ਨਹੀਂ ਹੈਗੇ। ਅੱਜ ਸਰਕਾਰਾਂ ਸਾਡੇ ਕਰਕੇ, ਮੋਦੀ ਹੁਕੂਮਤ ਬੈਠੀ ਆ, ਮੋਦੀ ਹੁਕੂਮਤ ਸਾਡੇ ਕਰਕੇ ਬੈਠੀ ਆ। ਜੇ ਲੋਕਾਂ ਨੇ ਵੋਟਾਂ ਪਾਈਆਂ ਤਾਂ ਹੀ ਬੈਠਿਆ ਉਹ, ਠੀਕ ਹੈ। ਸਾਡਾ ਹੱਕ ਬਣਦਾ ਬਾਈ ਉਹਨਾਂ ਨੂੰ ਸਵਾਲ ਜਵਾਬ ਕਰਨਾ। ਜੀ ਧੰਨਵਾਦ ਜੀ। ਹਾਂਜੀ, ਇਹ ਸਨ ਵੀਰ ਜਿਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਹ ਖੇਤੀ ਕਾਨੂੰਨ ਨਹੀਂ ਰੱਦ ਹੁੰਦੇ, ਉਦੋਂ ਤੱਕ ਬੀਜੇਪੀ ਦੇ ਆਗੂ, ਖਾਸ ਕਰ ਹਰਜੀਤ ਗਰੇਵਾਲ ਦਾ ਵਿਰੋਧ ਇਸੇ ਤਰ੍ਹਾਂ ਜਾਰੀ ਰਹੂਗਾ। ਉਹ ਦੱਸ ਕੇ ਆਵੇ ਚਾਹੇ ਨਾ ਦੱਸ ਕੇ ਆਵੇ, ਸਾਡਾ ਆਈਟੀ ਸੈੱਲ ਪੂਰਾ ਕੰਮ ਕਰੂਗਾ। ਜਿੱਥੇ ਵੀ ਰਾਜਪੁਰੇ ਜਾਂ ਬਨੂੜ ਦੇ ਵਿੱਚ ਕੋਈ ਪ੍ਰੋਗਰਾਮ ਰੱਖਦਾ, ਉਹਦਾ ਵਿਰੋਧ ਇਸੇ ਤਰ੍ਹਾਂ ਡਟ ਕੇ ਕੀਤਾ ਜਾਊਗਾ। ਕੋਈ ਨਾਲ ਆਵੇ ਨਾ ਆਵੇ, ਪਰ ਵੀਰ ਦਾ ਕਹਿਣਾ ਹੈ ਕਿ ਇਕੱਲਾ ਹੀ ਜਾ ਕੇ ਵਿਰੋਧ ਕਰੂੰਗਾ ਤੇ ਉਹਨਾਂ ਦਾ ਜਿਹੜਾ ਪ੍ਰੋਗਰਾਮ ਆ ਉਹ ਨਹੀਂ ਹੋਣ ਦਊਂਗਾ। ਅਸੀਂ ਤੁਹਾਨੂੰ ਪਲ ਪਲ ਦੀ ਅਪਡੇਟ ਦਿੰਦੇ ਰਹਾਂਗੇ। ਤੁਸੀਂ ਜੁੜੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ। ਕੈਮਰਾਮੈਨ ਪ੍ਰਿੰਸ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ, ਰਾਜਪੁਰਾ।